ਆਪਾਂ ਅਕਸਰ ਆਇਲਸ ਬਾਰੇ ਹੀ ਸੁਣਿਆ ਹੋਏ। ਸੈਲ ਪ੍ਰੈਪ ਬੇਸਿਕਲੀ ਇਹ ਹੈ ਕਿ ਤੇ ਉੱਥੇ ਐਕਸੈਪਟੇਬਲ ਹੈ। ਸੈਲ ਪੈਪ ਇੱਕ ਕੈਨੇਡੀਅਨ ਟੈਸਟ ਆ, ਪੈਰਾਗਨ ਨਾਮ ਦੀ ਕੰਪਨੀ ਇਹਨੂੰ ਰਨ ਕਰਦੀ ਆ। ਟੈਸਟ ਕੰਡਕਟ ਹੁੰਦੇ ਆ ਆਪਣੇ ਇੰਡੀਆ ਦੇ ਵਿੱਚ ਵੀ ਸੈਂਟਰ ਬਣੇ ਹੋਏ ਆ। ਤਾਂ ਇਹਨਾਂ ਦਾ ਵੀ ਸੇਮ ਫਾਰਮੈਟ ਉਹੀ ਲਿਸਨਿੰਗ, ਰੀਡਿੰਗ, ਰਾਈਟਿੰਗ, ਸਪੀਕਿੰਗ ਇਹਦੇ ਵਿੱਚ ਹੁੰਦੀ ਆ। ਸੇਮ ਫਾਰਮੈਟ ਨੇ ਸਾਰਿਆਂ ਦੇ, ਬਟ ਥੋੜ੍ਹਾ ਈਜ਼ੀ ਆ ਔਰ ਇਟਸ ਟੋਟਲੀ ਕੰਪਿਊਟਰ ਬੇਸਡ। ਸੈਲ ਪੈਪ ਜਿਹੜਾ ਹੈ ਇਹ ਹੋਰ ਹੁਣ ਲਾਈਕ ਪ੍ਰਮੋਟ ਕਿਉਂ ਨਹੀਂ ਕੀਤਾ ਜਾਂਦਾ? ਆਇਲਸ ਹੀ ਕਿਉਂ ਬੇਸਿਕਲੀ ਜ਼ਿਆਦਾ ਇਹਨਾਂ ਪ੍ਰਮੋਟ ਕੀਤਾ? ਪੰਜਾਬ 'ਚ ਥੋੜ੍ਹਾ ਘੱਟ ਪ੍ਰਮੋਟ ਹੋ ਰਿਹਾ। ਆਈ ਡੋਂਟ ਨੋ ਦ ਰੀਜ਼ਨਸ, ਬਟ ਯੈਸ ਥੋੜ੍ਹਾ ਤੁਸੀਂ ਦਿੱਲੀ ਸਾਈਡ ਵੱਲ ਜਾਓਗੇ ਜਾਂ ਜਿਹੜੇ IT ਸੈਕਟਰ ਦੇ ਬੰਦੇ ਨੇ ਜਾਂ ਜਿਹੜੇ ਹੋਰ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਕੋਲੇ ਘੱਟ ਟਾਈਮ ਦੇ ਵਿੱਚ ਅਸੀਂ ਟੈਸਟ ਲੈਣਾ ਪਲੱਸ ਅਸੀਂ ਸਕੋਰ ਵੀ ਈਜ਼ੀਲੀ ਅਚੀਵ ਕਰਨਾ ਚਾਹੁੰਦੇ ਹਾਂ, ਤਾਂ ਉਹਨਾਂ ਲਈ ਬੜਾ ਹੈ। ਆਪਣੇ ਚੰਡੀਗੜ੍ਹ ਸੈਂਟਰ ਬਣਿਆ ਹੋਇਆ ਐਗਜ਼ਾਮ ਸੈਂਟਰ, ਔਰ ਆਪਣੇ ਵੀ ਨੋ ਡਾਊਟ ਆਪਣੇ ਵੀ ਚੱਲਦਾ, ਬਟ ਪ੍ਰੋਬਲਮ ਹੁੰਦੀ ਹੈ ਕਿ ਉਹਨੂੰ ਟ੍ਰੇਨਿੰਗ ਦੇਣ ਦੀ ਜ਼ਿਆਦਾ ਲੋਕਾਂ ਨੂੰ ਪ੍ਰੋਬਲਮ ਹੁੰਦੀ ਹੈ ਕਿ ਉਹਨੂੰ ਟ੍ਰੇਨ ਕੌਣ ਕਰੇਗਾ। ਜੇ ਆਪ ਟ੍ਰੇਨਿੰਗ ਹੋਏਗੀ ਤਾਂ ਜਿਵੇਂ ਸਾਡਾ ਹੈਗਾ ਕਿ ਜਿਵੇਂ ਮੈਂ ਅਸੀਂ ਜਿਹੜਾ ਸੈਲ ਪੈਪ ਹੈਗਾ ਉਹਦੇ ਅਸੀਂ ਪ੍ਰੋਗਰਾਮ ਪਾਰਟਨਰ ਵੀ ਹਾਂ। ਕਿਉਂ ਸਟੱਡੀ ਹੀ ਲਾਈਕ ਹਰ ਕੰਸਲਟੈਂਟ ਵੱਲੋਂ ਲਾਈਕ ਲੋਕਾਂ ਨੂੰ ਗਾਈਡ ਕੀਤਾ ਜਾਂਦਾ ਹੈ ਕਿ ਤੁਹਾਨੂੰ ਸਟੱਡੀ ਵੀਜ਼ਾ 'ਤੇ ਹੀ ਜਾਣਾ ਚਾਹੀਦਾ ਕਿ ਜੇ ਤੁਸੀਂ ਸਕਿਲਡ ਹੋ ਤਾਂ ਡਿਫਰੈਂਟ ਆਪਸ਼ਨ ਹੈ। ਜੇ ਤੁਹਾਡੇ ਕੋਲ ਕੋਈ ਟ੍ਰੇਡ ਸਰਟੀਫਿਕੇਟ ਆ ਉਹਦੀਆਂ ਡਿਫਰੈਂਟ ਆਪਸ਼ਨਸ ਨੇ। ਹਰ ਇੱਕ ਚੀਜ਼ ਦੀ ਅਸੈਸਮੈਂਟ ਹੁੰਦੀ ਆ, ਹਰ ਇੱਕ ਫੈਕਟਰ ਦੀ ਅਸੈਸਮੈਂਟ ਆ, ਹੈ ਨਾ। ਤਾਂ ਉਹਦੇ ਬੇਸਿਸ 'ਤੇ ਅਸੀਂ ਕਰ ਸਾਰਾ ਕੁਝ ਸਕਦੇ ਹਾਂ, ਬਟ ਸਟੱਡੀ ਇੱਕ ਬੇਸਿਕ ਪਾਰਟ ਨਾ ਪਤਾ ਹੋਣ ਕਰਕੇ ਹੀ ਉਹ ਇੱਦਾਂ ਦੇ ਸਿਸਟਮ ਦੇ ਵਿੱਚ ਫਸਦੇ ਨੇ, ਕਿਉਂਕਿ ਉਹਨਾਂ ਨੂੰ ਆਪਸ਼ਨ ਹੀ ਨਹੀਂ ਪਤਾ ਕਿ ਅਦਰ ਦੈਨ ਸਟੱਡੀ ਹੋਰ ਆਪਸ਼ਨ ਕੀ ਆ ਸਾਡੇ ਕੋਲ। ਬਿਕੋਜ਼ ਇਮੀਗ੍ਰੇਸ਼ਨ ਦੇ ਪ੍ਰੋਗਰਾਮਸ ਦੀ ਜੇ ਗੱਲ ਕਰੀਏ ਤਾਂ ਉੱਥੇ 49+ ਜਾਂ 59+ ਕਿੰਨੇ ਹੀ ਪ੍ਰੋਗਰਾਮ ਨੇ ਜਿਨ੍ਹਾਂ ਵਿੱਚ ਡਿਫਰੈਂਟ ਐਲੀਜੀਬਿਲਿਟੀ ਕ੍ਰਾਈਟੀਰੀਆ ਜਾਂ ਡਿਫਰੈਂਟ ਉਹਨਾਂ ਦੀ ਅਸੈਸਮੈਂਟ ਦੇ ਬੇਸਿਸ 'ਤੇ ਉਹ ਆਪਣਾ ਅਪਲਾਈ ਕਰ ਸਕਦੇ ਆ। ਕੰਸਲਟੈਂਟ ਸਾਨੂੰ ਇਹ ਦੱਸਦੇ ਕਿ ਤੁਸੀਂ ਉੱਥੇ ਜਾ ਕੇ ਪੜ੍ਹੋਗੇ, ਉੱਥੋਂ ਦੀ ਕੈਨੇਡੀਅਨ ਡਿਗਰੀ ਦੀ ਤੁਹਾਨੂੰ ਵੈਲਿਊ ਹੋਏਗੀ, ਤਾਂ ਤੁਹਾਡੀ ਲਾਈਕ ਜਿਹੜੀ ਤੁਹਾਨੂੰ ਸਟੱਡੀ 'ਤੇ ਜਾਣਾ ਚਾਹੀਦਾ ਹੈ ਸੋ ਦੈਟ ਤੁਹਾਨੂੰ ਉੱਥੇ PR ਵੀ ਈਜ਼ੀ ਮਿਲੇਗੀ ਬਿਕੋਜ਼ ਤੁਹਾਡੇ ਕੋਲ ਕੈਨੇਡੀਅਨ ਡਿਗਰੀ ਹੋਏਗੀ। ਥਰਡ ਵਨ ਇਜ਼ ਫੈਡਰਲ ਸਕਿੱਲ ਟ੍ਰੇਡ, ਕਿ ਜਿਹਦੇ ਵਿੱਚ ਟ੍ਰੇਡ ਵਾਲੇ ਹੋ ਗਏ ਜਿਵੇਂ ਵੈਲਡਰ, ਪਲੰਬਰਸ, ਹੈ ਨਾ। ਤਾਂ ਉਹ ਤਿੰਨ ਚੀਜ਼ਾਂ ਨੂੰ, ਤਿੰਨ ਐਪਲੀਕੇਸ਼ਨ ਸਟਰੀਮਸ ਨੂੰ ਬੇਸਿਕਲੀ ਉਹ ਸਪੋਰਟ ਕਰਦਾ ਇੱਕ ਸਿਸਟਮ ਹੈ, ਜਿਹਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਇੱਕ ਪੁਆਇੰਟਸ ਗ੍ਰਿਡ ਬਣਾਤਾ ਕਿ ਜੇ ਤੁਹਾਡੇ ਇੰਨੇ ਪੁਆਇੰਟਸ ਪੂਰੇ ਹੁੰਦੇ ਨੇ ਤਾਂ ਦੈਨ ਯੂ ਕੈਨ ਕਮ ਇਨ ਟੂ ਪੂਲ। ਤੁਸੀਂ ਪੂਲ ਦੇ ਵਿੱਚ ਆਪਣੀ ਐਪਲੀਕੇਸ਼ਨ ਪਾ ਸਕਦੇ ਹੋ। ਤਾਂ ਜਦੋਂ ਵੀ ਤੁਹਾਡਾ ਪੁਆਇੰਟ ਸਿਸਟਮ ਮੈਚ ਕਰੂਗਾ ਸਾਡੇ ਡਰਾਅ ਦੇ ਨਾਲ ਤਾਂ ਤੁਹਾਨੂੰ ਇੱਕ ਇਨਵੀਟੇਸ਼ਨ ਟੂ ਅਪਲਾਈ ਆ ਜਾਊਗਾ, ਜਿਹਦੇ ਵਿੱਚ ਤੁਸੀਂ ਸਾਨੂੰ ਉਸੇ ਐਪਲੀਕੇਸ਼ਨ ਦੇ ਜੋ ਸਪੋਰਟਿੰਗ ਡਾਕੂਮੈਂਟਸ ਨੇ ਤੁਸੀਂ ਉਹ ਸਾਨੂੰ ਪ੍ਰੋਵਾਈਡ ਕਰਨੇ ਆ ਅਤੇ ਅਸੀਂ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸੀ ਦੇ ਦਾਂਗੇ ਜੇ ਅਪਰੂਵਡ ਹੁੰਦੀ ਹੋਈ ਤਾਂ। ਜੇ ਤੁਸੀਂ ਐਲੀਜੀਬਿਲਿਟੀ ਮੈਟ ਕਰਦੇ ਹੋਏ ਤਾਂ। ਗੱਲ ਕਰੀਏ ਤਾਂ 2 ਟੈਸਟ ਨੇ, ਇੱਕ ਆਇਲਸ ਹੈ, ਇੱਕ ਸੈਲ ਪੈਪ ਆ ਜਿਹੜਾ ਕਿ ਉੱਥੇ ਅਪਰੂਵਡ ਆ, ਜਿਹਦੇ ਸਕੋਰ ਤੁਸੀਂ ਦੇ ਕੇ ਆਪਣੇ ਪੁਆਇੰਟਸ ਕਲੇਮ ਕਰਦੇ ਹੋ ਕਿ ਇੰਗਲਿਸ਼ 'ਚੋਂ ਮੇਰੇ ਕੋਲ ਇੰਨੇ ਪੁਆਇੰਟਸ ਨੇ। ਮਿਨੀਮਮ ਸਕੋਰ ਕੀ ਹੁੰਦਾ ਹੈ? ਲਾਈਕ ਜੇ ਆਪਾਂ ਐਕਸਪ੍ਰੈਸ ਐਂਟਰੀ ਦੀ ਵੀ ਗੱਲ ਕਰੀਏ ਅਤੇ PNP ਦੀ ਵੀ ਗੱਲ ਕਰੀਏ ਤਾਂ ਮਿਨੀਮਮ ਸਕੋਰ ਕਿੰਨਾ ਚਾਹੀਦਾ? ਇੱਕ ਆਈਡਲ ਕੈਂਡੀਡੇਟ ਜਿਹਨੇ ਮਾਸਟਰ ਡਿਗਰੀ ਕੀਤੀ ਹੋਈ ਆ ਔਰ ਉਹਦੀ ਏਜ 29-30 ਦੇ ਅਰਾਊਂਡ ਆ ਅਤੇ ਉਹਦੇ ਕੋਲ 8777 ਹੈਗਾ, ਦੈਨ ਉਹਦੇ ਕੋਲ ਸਫੀਸ਼ੈਂਟ CRS ਸਕੋਰ ਹੋਏਗਾ। ਆਲਮੋਸਟ ਉਹਦੇ ਕੋਲ 650+ ਸਕੋਰ ਹੋਏਗਾ ਆਲਮੋਸਟ। ਮੇਰੇ ਕੋਲ 3 ਤੋਂ 4 ਕੇਸ ਪਿੱਛੇ ਜਿਹੇ ਆਏ ਸੀ ਕਿ ਕਿਸੇ ਪਰਸਨ ਨੇ, ਕਿਸੇ ਏਜੰਟ ਨੇ ਉਹਨਾਂ ਦੀ ਡਿਗਰੀ ਕਿਸੇ ਹੋਰ ਬੰਦੇ ਦੀ ਡਿਗਰੀ ਐਡਿਟ ਕਰਕੇ ਉਹਨਾਂ ਦੇ ਫਾਈਲਿੰਗ ਦੇ ਨਾਲ ਲਗਾਤੀ। ਤਾਂ ਹੁਣ ਰਿਜ਼ਲਟ ਇਹ ਨਹੀਂ ਬੁਰਾ ਹੋਇਆ ਕਿ ਉਹਨਾਂ ਦਾ ਵੀਜ਼ਾ ਨਹੀਂ ਆਇਆ, ਰਿਜ਼ਲਟ ਇਹ ਬੁਰਾ ਹੋ ਗਿਆ ਕਿ ਵੀਜ਼ਾ ਵੀ ਨਹੀਂ ਆਇਆ, ਪਲੱਸ ਹੁਣ ਸਾਰੀ ਉਮਰ ਉਹ ਆਪਣੀ ਡਿਗਰੀ ਨਹੀਂ ਯੂਜ਼ ਕਰ ਸਕਦਾ ਜਿਹੜੀ ਉਹਨੇ 4 ਸਾਲ ਪੈਸੇ ਦੇ ਕੇ 5-6-7-10 ਲੱਖ ਰੁਪਏ ਲਾ ਕੇ ਅਰਨ ਕੀਤੀ, ਆਪਣਾ ਟਾਈਮ ਸਪੈਂਡ ਕੀਤਾ, ਉਹ ਡਿਗਰੀ ਉਹ ਕਦੇ ਨਹੀਂ ਯੂਜ਼ ਕਰ ਸਕਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਲੁਧਿਆਣਾ ਟਾਈਮਸ, ਮੈਂ ਸ਼ਪ੍ਰੀਤ ਕੌਰ। ਆਪਾਂ ਅਕਸਰ ਕਿਸੇ ਵੀ ਕੰਸਲਟੈਂਟ ਕੋਲ ਜਾਂਦੇ ਹਾਂ ਤਾਂ ਆਪਾਂ ਸਟੱਡੀ ਵੀਜ਼ਾ ਬਾਰੇ ਜਾਂ ਆਇਲਸ ਬਾਰੇ ਹੀ ਗੱਲ ਕਰਦੇ ਹਾਂ, ਪਰ ਆਪਾਂ ਸਟੱਡੀ ਵੀਜ਼ਾ ਤੋਂ ਇਲਾਵਾ ਵੀ ਹੋਰ ਤਰੀਕਿਆਂ ਨਾਲ ਬਾਹਰ ਯਾਨੀ ਸਪੈਸੀਫਿਕਲੀ ਕੈਨੇਡਾ ਆਪਾਂ ਜਾ ਸਕਦੇ ਹਾਂ, ਜੋ ਕਿ ਆਪਾਂ PR ਆਪਣੀ ਇੱਧਰੋਂ ਇੰਡੀਆ ਤੋਂ ਹੀ ਲਗਾ ਕੇ ਜਾ ਸਕਦੇ ਹਾਂ, ਯਾਨੀ ਆਪਾਂ ਇੱਧਰੋਂ ਹੀ ਉੱਥੋਂ ਦੇ ਪਰਮਾਨੈਂਟਲੀ ਰੈਸੀਡੈਂਸ ਹੋ ਕੇ ਜਾ ਸਕਦੇ ਹਾਂ। ਅਤੇ ਅੱਜ ਆਪਾਂ ਵੀ ਮੌਜੂਦ ਹਾਂ ਇੱਥੇ ਲੁਧਿਆਣਾ ਵਿੱਚ ਗਲੋਬਲ ਅਚੀਵਰ ਦੇ ਆਫਿਸ ਜੋ ਕਿ ਮਾਡਲ ਟਾਊਨ ਵਿੱਚ ਹੈ, ਅਤੇ ਜਿੱਥੇ ਸਾਡੇ ਵਿੱਚ ਸਰ ਮੌਜੂਦ ਨੇ ਜਿਨ੍ਹਾਂ ਦਾ ਨਾਮ ਹੈ ਗਗਨਦੀਪ ਸਿੰਘ ਖੱਟੜਾ, ਜੋ ਕਿ ICCRC ਮੈਂਬਰ ਵੀ ਨੇ। ਤੇ ਆਪਾਂ ਇਹਨਾਂ ਨਾਲ ਥੋੜੀ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕਿ ਹੋਰ ਕਿਸ ਤਰੀਕਿਆਂ ਨਾਲ ਆਪਾਂ ਤੇ ਕਿਵੇਂ ਆਪਣੇ ਆਪ ਹੀ ਆਪਣੀ ਵੈਲਿਊਏਸ਼ਨ ਤੇ ਆਪਣੀ ਅਸੈਸਮੈਂਟ ਕਰਵਾ ਕੇ ਆਪਾਂ ਇੱਧਰੋਂ ਹੀ ਆਪਣੀ ਪਰਮਾਨੈਂਟਲੀ ਰੈਸੀਡੈਂਸ ਲੈ ਕੇ ਜਾ ਸਕਦੇ ਹਾਂ। ਮੈਮ ਤੁਸੀਂ ਬਿਲਕੁਲ ਸਹੀ ਕਿਹਾ ਸੀਗਾ ਕਿ ਜਿਹੜੀ ਹੈਗੀ ਆ ਇੱਕ ਟਰੈਂਡ ਚੱਲ ਰਿਹਾ ਕਿ ਜੀ ਸਟੱਡੀ ਹੈ, ਸਟੱਡੀ ਦੈਨ, ਕਿਉਂਕਿ ਜਿਹੜੀ ਜ਼ਿਆਦਾ ਗਿਣਤੀ ਆ ਉਹ ਜਾਣ ਵਾਲਿਆਂ ਦੀ ਐਜ਼ ਅ ਸਟੱਡੀ ਜ਼ਿਆਦਾ ਹੈ, ਕਿਉਂਕਿ ਅਸੀਂ ਉਹਨੂੰ ਇੱਕ ਸੌਖੀ ਆਪਸ਼ਨ ਮੰਨ ਲਿਆ ਅਤੇ ਕਈ ਵਾਰ ਅਸੀਂ ਕਹਿ ਲਓ ਕਿ ਦੇਖੋ ਦੇਖ ਵੀ ਕਰ ਲੈਂਦੇ ਹਾਂ। ਅਤੇ ਕਈ ਵਾਰ ਤਾਂ ਇੱਦਾਂ ਵੀ ਹੁੰਦਾ ਕਿ ਉਹਨੂੰ ਪਤਾ ਨਹੀਂ ਹੁੰਦਾ ਕਿ ਜੇ ਉਹ ਬੰਦੇ ਨੇ ਮਾਸਟਰ ਡਿਗਰੀ ਆਲਰੇਡੀ ਕੀਤੀ ਹੁੰਦੀ ਆ, ਉਹਦੇ ਕੋਲ ਜੋਬ ਐਕਸਪੀਰੀਅੰਸ ਵੀ ਹੁੰਦਾ, ਬਟ ਫਿਰ ਵੀ ਉਹਨੂੰ ਕੋਈ ਨਾ ਕੋਈ ਇਹ ਕੰਸਲਟੇਸ਼ਨ ਦੇ ਦਿੰਦਾ ਕਿ ਨਹੀਂ ਤੂੰ ਸਟੱਡੀ ਹੀ ਅਪਲਾਈ ਕਰ, ਆਪਣੀਆਂ ਜਿਹੜੀ ਤੁਹਾਡੀ ਹਾਇਰ ਸਟੱਡੀ ਆ ਉਹਨੂੰ ਤੁਸੀਂ ਹੋਲਡ 'ਤੇ ਕਰ ਲਓ ਜਾਂ ਉਹਨੂੰ ਨਾ ਸ਼ੋਅ ਕਰੋ।
ਬਟ ਨਾ ਪਤਾ ਹੋਣ ਕਰਕੇ ਹੀ ਉਹ ਇੱਦਾਂ ਦੇ ਸਿਸਟਮ ਦੇ ਵਿੱਚ ਫਸਦੇ ਨੇ, ਕਿਉਂਕਿ ਉਹਨਾਂ ਨੂੰ ਆਪਸ਼ਨ ਹੀ ਨਹੀਂ ਪਤਾ ਕਿ ਅਦਰ ਦੈਨ ਸਟੱਡੀ ਹੋਰ ਆਪਸ਼ਨ ਕੀ ਆ ਸਾਡੇ ਕੋਲੇ। ਬਿਕੋਜ਼ ਇਮੀਗ੍ਰੇਸ਼ਨ ਦੇ ਪ੍ਰੋਗਰਾਮਸ ਦੀ ਜੇ ਗੱਲ ਕਰੀਏ ਤਾਂ ਉੱਥੇ 49+ ਜਾਂ 59+ ਕਿੰਨੇ ਹੀ ਪ੍ਰੋਗਰਾਮ ਨੇ ਜਿਨ੍ਹਾਂ ਵਿੱਚ ਡਿਫਰੈਂਟ ਐਲੀਜੀਬਿਲਿਟੀ ਕ੍ਰਾਈਟੀਰੀਆ ਜਾਂ ਡਿਫਰੈਂਟ ਉਹਨਾਂ ਦੀ ਅਸੈਸਮੈਂਟ ਦੇ ਬੇਸਿਸ 'ਤੇ ਉਹ ਆਪਣਾ ਅਪਲਾਈ ਕਰ ਸਕਦੇ ਆ। ਤਾਂ ਸਰ ਲਾਈਕ ਕਿਉਂ ਸਟੱਡੀ ਹੀ ਲਾਈਕ ਹਰ ਕੰਸਲਟੈਂਟ ਵੱਲੋਂ ਲਾਈਕ ਲੋਕਾਂ ਨੂੰ ਗਾਈਡ ਕੀਤਾ ਜਾਂਦਾ ਹੈ ਕਿ ਤੁਹਾਨੂੰ ਸਟੱਡੀ ਵੀਜ਼ਾ 'ਤੇ ਹੀ ਜਾਣਾ ਚਾਹੀਦਾ ਹੈ? ਸਟੱਡੀ ਇਟਸ ਲਾਈਕ ਕਿ ਉਹ ਇੱਕ ਕਾਮਨ ਜਿਹਾ ਪਾਥਵੇ ਬਣ ਗਿਆ ਹੁਣ, ਕਿ ਉਹ ਇੱਕ ਰਸਤਾ ਬਣ ਗਿਆ ਹੁਣ, ਸਾਰੇ ਉੱਤੇ ਹੀ ਜਾਣਾ ਚਾਹੁੰਦੇ ਨੇ, ਚਾਹੇ ਉਹਨੂੰ ਪਤਾ ਵੀ ਹੋਵੇ। ਕਈ ਵਾਰ ਉਹਨੂੰ ਪਤਾ ਵੀ ਹੁੰਦਾ ਕਿ ਮੈਂ PR ਦਾ ਐਪਲੀਕੇਸ਼ਨ ਲਾ ਸਕਦਾ, ਬਟ ਫਿਰ ਵੀ ਕਿਤੇ ਨਾ ਕਿਤੇ ਉਹ ਕਹਿ ਲਓ ਕਿ ਉਹਦੀ ਇਨਫੋਰਮੇਸ਼ਨ ਇੰਨੀ ਨਾ ਹੋਣ ਕਰਕੇ, ਜਾਂ ਫਿਰ ਜ਼ਿਆਦਾ ਇਨਫੋਰਮੇਸ਼ਨ ਸਟੱਡੀ ਬਾਰੇ ਹੋਣ ਕਰਕੇ ਉਹਨੂੰ ਲੱਗਦਾ ਕਿ ਆਹ ਚੀਜ਼ ਜ਼ਿਆਦਾ ਸੌਖੀ ਆ, ਜਾਂ ਕਹਿ ਲਓ ਕਿ ਉਹਨੂੰ ਪ੍ਰਮੋਟ ਹੀ ਉਹਨਾਂ ਕੀਤਾ ਜਾਂਦਾ ਕਿ ਸਾਰੇ ਸਟੱਡੀ ਐਂਡ ਫਿਰ ਉਹ ਆਪਸ਼ਨਾਂ ਕਿਤੇ ਨਾ ਕਿਤੇ ਲੁਕੀਆਂ ਰਹਿ ਜਾਂਦੀਆਂ। ਬਟ ਆਪਸ਼ਨਾਂ ਹੈਗੀਆਂ ਬਹੁਤ ਨੇ ਕਿ ਜੇ ਤੁਸੀਂ ਸਕਿਲਡ ਹੋ ਤਾਂ ਡਿਫਰੈਂਟ ਆਪਸ਼ਨ ਹੈ, ਜੇ ਤੁਹਾਡੇ ਕੋਲ ਕੋਈ ਟ੍ਰੇਡ ਸਰਟੀਫਿਕੇਟ ਆ ਉਹਦੀਆਂ ਡਿਫਰੈਂਟ ਆਪਸ਼ਨਸ ਨੇ, ਹਰ ਇੱਕ ਚੀਜ਼ ਦੀ ਅਸੈਸਮੈਂਟ ਹੁੰਦੀ ਆ, ਹਰ ਇੱਕ ਫੈਕਟਰ ਦੀ ਅਸੈਸਮੈਂਟ ਆ, ਹੈ ਨਾ। ਤਾਂ ਉਹਦੇ ਬੇਸਿਸ 'ਤੇ ਅਸੀਂ ਕਰ ਸਾਰਾ ਕੁਝ ਸਕਦੇ ਹਾਂ, ਬਟ ਸਟੱਡੀ ਇੱਕ ਬੇਸਿਕ ਪਾਰਟ ਹੈ, ਕਿਉਂਕਿ ਸਟੱਡੀ ਇੱਦਾਂ ਲੱਗਦਾ ਸਭ ਨੂੰ ਕਿ ਉੱਥੇ ਜਾ ਕੇ 2 ਸਾਲ ਸਟੱਡੀ ਕਰਨੀ ਹੈ, ਦੈਨ ਯੂ ਹੈਵ ਵਰਕ ਪਰਮਿਟ, ਦੈਨ ਯੂ ਹੈਵ ਅ ਪਰਮਾਨੈਂਟ ਰੈਜ਼ੀਡੈਂਸੀ। ਸੋ ਬਟ ਗੋਲ ਤਾਂ ਸਾਰਿਆਂ ਦਾ ਪਰਮਾਨੈਂਟ ਰੈਜ਼ੀਡੈਂਸੀ ਹੈ ਨਾ। ਇੱਥੋਂ ਸਟੱਡੀ ਲੈ ਕੇ ਵੀ ਜੇ +2 ਵਾਲੇ ਬੱਚੇ ਨੂੰ ਛੱਡ ਦਿਓ, ਜਿਹਨੇ +2 ਕੀਤੀ ਉਹਦਾ ਹਜੇ, ਕਿਉਂਕਿ ਉਹਦਾ ਇੱਥੇ ਵੀ ਕੁਛ ਨਹੀਂ ਹੋਣਾ ਹਜੇ, ਤਾਂ ਜੇ ਉਹ ਸਟੱਡੀ ਕਰਨਾ ਚਾਹਣਾ ਤਾਂ ਉੱਥੇ ਸਟੱਡੀ ਕਰੂਗਾ। ਉਹਦੇ ਲਈ ਇੱਕ ਪਾਥਵੇ ਆ ਕਿ ਟਿਲ PR ਕਿੱਦਾਂ ਪਹੁੰਚ ਸਕਦਾ। ਬਟ ਉਹ +2 ਪਾਸ ਆਊਟ ਬੱਚੇ ਨੂੰ ਛੱਡ ਕੇ ਜੇ ਕੋਈ ਗ੍ਰੈਜੂਏਟ ਹੈ ਜਾਂ ਪੋਸਟ ਗ੍ਰੈਜੂਏਟ ਬੱਚਾ ਹੈਗਾ ਤਾਂ ਉਹਦੇ ਲਈ ਆਪਸ਼ਨਾਂ ਆਲਰੇਡੀ ਹੈਗੀਆਂ ਨੇ, ਔਰ ਸਮਵਟ ਕਿ ਜੇ ਉਹਦੇ ਕੋਲ ਕਿਤੇ ਕੋਈ ਜੋਬ ਐਕਸਪੀਰੀਅੰਸ ਹੈਗਾ ਤਾਂ ਉਹ ਹੋਰ ਬਹੁਤ ਸਾਰੀਆਂ ਚੀਜ਼ਾਂ ਕਰ ਸਕਦਾ। ਉਹ ਆਪਣਾ ਐਕਸਪ੍ਰੈਸ ਐਂਟਰੀ 'ਚ ਪ੍ਰੋਫਾਈਲ ਲਾ ਸਕਦਾ, ਜੇ ਉਹਦੀ ਸਕੋਰਿੰਗ ਮੀਟ ਕਰਦੀ ਆ ਉਹ ਆਪਣਾ PNP ਪ੍ਰੋਗਰਾਮ ਕਰ ਸਕਦਾ, ਰਾਈਟ। ਦੈਨ ਉਹ ਆਪਣਾ ਵਰਕ ਪਰਮਿਟ ਇੱਥੋਂ ਅਪਲਾਈ ਕਰ ਸਕਦਾ। ਦੈਨ ਹੋਰ ਜੇ ਕਹ ਲਓ ਕਿ IT ਫੀਲਡ ਦੇ ਬੰਦੇ ਨੇ, ਪ੍ਰੋਫੈਸ਼ਨ ਵਾਈਜ਼ ਜੇ ਅਸੀਂ ਗੱਲ ਕਰ ਲਈਏ, ਤੁਹਾਡੇ ਮੀਡੀਆ ਦੇ ਬੰਦੇ ਨੇ, ਤੁਹਾਡੇ ਡਾਕਟਰਸ ਨੇ, ਹੈ ਨਾ, ਇੰਜੀਨੀਅਰਸ ਨੇ, ਪ੍ਰੋਫੈਸ਼ਨਲਸ ਨੇ, ਤਾਂ ਉਹਨਾਂ ਲਈ ਬਹੁਤ ਸਾਰੀਆਂ ਆਪਸ਼ਨਾਂ ਨੇ ਜਿਹੜੀਆਂ ਅਸੀਂ ਆਪਟ ਕਰ ਸਕਦੇ ਹਾਂ। ਬਟ ਸਾਨੂੰ ਸਹੀ ਗਾਈਡੈਂਸ ਨਾ ਹੋਣ ਕਰਕੇ, ਸਾਨੂੰ ਜਾਂ ਕਹਿ ਲਓ ਕਿ ਬੇਸਿਕ ਅਸੈਸਮੈਂਟ ਨਾ ਹੋਣ ਕਰਕੇ, ਜਾਂ ਫਿਰ ਇਹ ਕਹਿ ਲਓ ਕਿ ਜੋ ਦੇਖ ਰਿਹਾ ਉਹ ਵਿਕ ਰਿਹਾ। ਇਹ ਤਾਂ ਹੈ, ਬਟ ਸਰ ਲਾਈਕ ਜੇ ਆਪਾਂ ਗੱਲ ਕਰੀਏ, ਕਿੰਨੀ ਵਾਰ ਕੰਸਲਟੈਂਟ ਸਾਨੂੰ ਇਹ ਦੱਸਦੇ ਕਿ ਤੁਸੀਂ ਉੱਥੇ ਜਾ ਕੇ ਪੜ੍ਹੋਗੇ, ਉੱਥੋਂ ਦੀ ਕੈਨੇਡੀਅਨ ਡਿਗਰੀ ਦੀ ਤੁਹਾਨੂੰ ਵੈਲਿਊ ਹੋਏਗੀ, ਤਾਂ ਤੁਹਾਡੀ ਲਾਈਕ ਜਿਹੜੀ ਤੁਹਾਨੂੰ ਸਟੱਡੀ 'ਤੇ ਜਾਣਾ ਚਾਹੀਦਾ ਹੈ, ਸੋ ਦੈਟ ਤੁਹਾਨੂੰ ਉੱਥੇ PR ਵੀਜ਼ਾ ਮਿਲੇਗੀ ਬਿਕੋਜ਼ ਤੁਹਾਡੇ ਕੋਲ ਕੈਨੇਡੀਅਨ ਡਿਗਰੀ ਹੋਏਗੀ। ਉਹ ਤਾਂ ਇੱਕ ਫੈਕਟਰ ਦੱਸਣ ਲੱਗੇ ਸਹੀ ਆ ਕਿ ਹਾਂ ਉਹਦੇ ਸਾਨੂੰ ਪੁਆਇੰਟਸ ਮਿਲਦੇ ਨੇ, ਉਹਦੇ ਪੁਆਇੰਟਸ ਐਲੋਕੇਟ ਹੁੰਦੇ ਨੇ, ਬਟ ਦੈਟਸ ਨਾਟ ਦਾ ਓਨਲੀ ਸਟੋਰੀ ਕਿ ਸਿਰਫ ਉਹੀ ਕਰ ਸਕਦੇ ਨੇ, ਜਾਂ ਜੇ ਤੁਹਾਡੇ ਕੋਲ ਉੱਥੇ ਦੀ ਸਟੱਡੀ ਹੋਏਗੀ ਤਾਂ ਹੀ ਤੁਹਾਨੂੰ ਪੁਆਇੰਟਸ ਮਿਲਣੇ ਨੇ। ਜੇ ਤੁਹਾਡੇ ਕੋਲ ਇੰਡੀਆ ਦੀ ਸਟੱਡੀ ਵੀ ਹੈ, ਚਾਹੇ ਉਹ ਪੋਸਟ ਗ੍ਰੈਡ ਹੈ, ਚਾਹੇ ਉਹ ਤੁਸੀਂ ਮਾਸਟਰਸ ਕੀਤੀ ਹੋਈ ਆ, ਤਾਂ ਉਹਦੀ ਐਵੈਲੂਏਸ਼ਨ ਕਰਵਾਉਣੀ ਪੈਂਦੀ ਹੈ ਸਾਨੂੰ ਇੱਥੋਂ। ਤਾਂ ਉਹਦੀ ਇਕੁਐਲੈਂਸੀ ਜੋ ਹੋਏਗੀ ਉਹਦੇ ਅਕੋਰਡਿੰਗ ਤੁਹਾਨੂੰ ਪੁਆਇੰਟ ਐਲੋਕੇਟ ਹੋ ਜਾਂਦੇ ਆ, ਹੈ ਨਾ। ਹੁਣ ਜੇ ਆਪਾਂ ਐਕਸਪ੍ਰੈਸ ਐਂਟਰੀ ਦੀ ਗੱਲ ਕਰ ਲਈਏ ਕਿ ਐਕਸਪ੍ਰੈਸ ਐਂਟਰੀ ਕੀ ਆ, ਕਿ ਪਹਿਲਾਂ ਤਾਂ ਮੈਂ ਹੁਣ ਥੋੜ੍ਹਾ ਜਿਹਾ ਕਲੀਅਰ ਕਰ ਦਿੰਦਾ ਕਿ ਐਕਸਪ੍ਰੈਸ ਐਂਟਰੀ ਕੋਈ ਇਮੀਗ੍ਰੇਸ਼ਨ ਪ੍ਰੋਗਰਾਮ ਨਹੀਂ ਆ, ਦੈਟਸ ਜਸਟ ਅ ਫਾਈਲ ਸਿਸਟਮ। ਉਹਦੇ ਵਿੱਚ ਸਿਰਫ ਇੱਕ ਫਾਈਲ ਸਿਸਟਮ ਹੈ ਜਿਹੜਾ ਕਿ 3 ਪ੍ਰੋਗਰਾਮ ਨੂੰ ਸਪੋਰਟ ਕਰਦਾ ਹੈ। ਕ੍ਰੀਏਟਿੰਗ ਐਕਸਪੀਰੀਅੰਸ ਕਲਾਸ, ਜਿਨ੍ਹਾਂ ਕੋਲ ਉੱਥੇ ਦਾ ਐਕਸਪੀਰੀਅੰਸ ਆ, ਫੈਡਰਲ ਸਕਿਲਡ ਵਰਕਰ, ਜਿਹੜੇ ਮਤਲਬ ਜਿਹੜੇ ਆਊਟਸਾਈਡ ਕੈਨੇਡਾ ਜਿਹੜੇ ਬੰਦੇ ਨੇ, ਜਿਵੇਂ ਆਪਣੇ ਲੋਕ ਹੋ ਗਏ ਜਿਹੜੇ ਕਿ ਸਕਿਲਡ ਨੇ, ਉਹਨਾਂ ਕੋਲ ਆਪਣਾ ਰੈਲੇਵੈਂਟ ਐਕਸਪੀਰੀਅੰਸ ਆ, ਉਹਨਾਂ ਕੋਲ ਪੁਆਇੰਟਸ ਪੂਰੇ ਹੁੰਦੇ ਨੇ। ਦੈਨ 3rd ਵਨ ਇਜ਼ ਫੈਡਰਲ ਸਕਿਲਡ ਟ੍ਰੇਡ, ਕਿ ਜਿਹਦੇ ਵਿੱਚ ਟ੍ਰੇਡ ਵਾਲੇ ਹੋ ਗਏ ਜਿਵੇਂ ਵੈਲਡਰ, ਪਲੰਬਰਸ, ਹੈ ਨਾ। ਤਾਂ ਉਹ 3 ਚੀਜ਼ਾਂ ਨੂੰ, 3 ਐਪਲੀਕੇਸ਼ਨ ਸਟਰੀਮਸ ਨੂੰ ਬੇਸਿਕਲੀ ਉਹ ਸਪੋਰਟ ਕਰਦਾ ਇੱਕ ਸਿਸਟਮ ਹੈ, ਜਿਹਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਇੱਕ ਪੁਆਇੰਟਸ ਗ੍ਰਿਡ ਬਣਾਤਾ ਕਿ ਜੇ ਤੁਹਾਡੇ ਇੰਨੇ ਪੁਆਇੰਟਸ ਪੂਰੇ ਹੁੰਦੇ ਨੇ ਤਾਂ ਦੈਨ ਯੂ ਕੈਨ ਕਮ ਇਨ ਟੂ ਪੂਲ, ਤੁਸੀਂ ਪੂਲ ਦੇ ਵਿੱਚ ਆਪਣੀ ਐਪਲੀਕੇਸ਼ਨ ਪਾ ਸਕਦੇ ਹੋ। ਤਾਂ ਜਦੋਂ ਵੀ ਤੁਹਾਡਾ ਪੁਆਇੰਟ ਸਿਸਟਮ ਮੈਚ ਕਰੂਗਾ ਸਾਡੇ ਡਰਾਅ ਦੇ ਨਾਲ, ਤਾਂ ਤੁਹਾਨੂੰ ਇੱਕ ਇਨਵੀਟੇਸ਼ਨ ਟੂ ਅਪਲਾਈ ਆ ਜਾਊਗਾ, ਜਿਹਦੇ ਵਿੱਚ ਤੁਸੀਂ ਸਾਨੂੰ ਉਸੇ ਐਪਲੀਕੇਸ਼ਨ ਦੇ ਜੋ ਸਪੋਰਟਿੰਗ ਡਾਕੂਮੈਂਟਸ ਨੇ ਤੁਸੀਂ ਉਹ ਸਾਨੂੰ ਪ੍ਰੋਵਾਈਡ ਕਰਨੇ ਆ, ਅਤੇ ਅਸੀਂ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸੀ ਦੇ ਦਾਂਗੇ ਜੇ ਅਪਰੂਵਡ ਹੁੰਦੀ ਹੋਈ ਤਾਂ, ਜੇ ਤੁਸੀਂ ਐਲੀਜੀਬਿਲਿਟੀ ਮੈਟ ਕਰਦੇ ਹੋਏ ਤਾਂ। ਤਾਂ ਹੁਣ ਉਹ 'ਚ ਬੇਸਿਕ ਜੇ ਗੱਲ ਕਰ ਲਈ ਐਕਸਪ੍ਰੈਸ ਐਂਟਰੀ 'ਚ ਤੁਹਾਨੂੰ ਪੁਆਇੰਟਸ ਐਲੋਕੇਸ਼ਨ ਦੀ ਜੇ ਗੱਲ ਕਰ ਲਈ, ਤੁਹਾਨੂੰ ਏਜ ਦੇ ਪੁਆਇੰਟ ਵੀ ਮਿਲਦੇ ਆ, ਤੁਹਾਡੀ ਐਜੂਕੇਸ਼ਨ ਦੇ ਪੁਆਇੰਟ ਮਿਲਦੇ ਆ। ਹੁਣ ਐਜੂਕੇਸ਼ਨ 'ਚ ਥੋੜ੍ਹਾ ਇੱਕ ਸਪੈਸੀਫਿਕ ਫੈਕਟਰ ਹੈਗਾ ਕਿ ਐਜੂਕੇਸ਼ਨ, ਜੇ ਅਸੀਂ ਐਜੂਕੇਸ਼ਨ ਦੇ ਪੁਆਇੰਟ ਕਲੇਮ ਕਰ ਰਹੇ ਹਾਂ, ਸਪੋਜ਼ ਕਿਸੇ ਨੇ ਪੰਜਾਬੀ ਯੂਨੀਵਰਸਿਟੀ ਦੀ ਕੀਤੀ ਹੈ, ਕਿਸੇ ਨੇ ਪੰਜਾਬ 'ਚੋਂ ਕੀਤੀ ਹੈ, ਕਿਸੇ ਨੇ LPU 'ਚੋਂ ਕੀਤੀ ਹੈ ਡਿਗਰੀ, ਰਾਈਟ। ਤਾਂ ਹੁਣ ਹਰ ਇੱਕ ਡਿਗਰੀ ਨੂੰ ਦੀ ਇਕੁਅਲੈਂਸੀ ਡਿਫਰੈਂਟ ਆ ਉੱਥੇ। ਜੇ ਸਾਡੀ 4 ਸਾਲ ਦੀ ਡਿਗਰੀ ਆ ਤਾਂ ਕਈ ਡਿਗਰੀਆਂ ਉੱਥੇ 3 ਸਾਲ ਦੀਆਂ ਨੇ ਜਾਂ 5 ਸਾਲ ਦੀਆਂ ਨੇ। ਤਾਂ ਉਹ ਕਹਿੰਦੇ ਕਿ ਪਹਿਲਾਂ ਇੱਕ ਇਕੁਅਲੈਂਸੀ ਲੈ ਕੇ ਆਓ, ਉਹਨੂੰ ਆਪਾਂ ਕਹਿੰਦੇ ਹਾਂ ECA, ਦੈਟਸ ਐਜੂਕੇਸ਼ਨ ਕ੍ਰੈਡੈਂਸ਼ੀਅਲ ਅਸੈਸਮੈਂਟ। ਤਾਂ ਉਹਦੇ 'ਚ ਕੀ ਆ, ਉਹਨਾਂ ਨੇ 5 ਏਜੰਸੀਜ਼ ਦੱਸੀਆਂ ਹੋਈਆਂ ਨੇ, ਜਿਵੇਂ WSI, QS, ICS ਹੈ, ਰਾਈਟ। ਤਾਂ ਉਹ 5 ਦੇ 5 ਏਜੰਸੀਆਂ, ਤੁਸੀਂ ਕਿਸੇ ਤੋਂ ਵੀ ਆਪਣੀ ਡਿਗਰੀ ਇਵੈਲੂਏਟ ਕਰਾਓ ਕਿ ਜੋ ਤੁਹਾਡੇ ਕੋਲ ਡਿਗਰੀ ਆ ਉਹਦੀ ਕੈਨੇਡਾ 'ਚ ਕੀ ਇਕੁਅਲੈਂਸੀ ਆ। ਉਹ ਹੋਣਾ ਚਾਹੀਦਾ ਬੇਸਿਕ ਇੱਕ ਚੀਜ਼, ਔਰ ਇੱਕ ਤੁਹਾਡੇ ਕੋਲ ਬੇਸਿਕ ਆਇਲ ਸਕੋਰ ਹੋਣਾ ਚਾਹੀਦਾ ਜਿਹੜਾ ਕਿ ਜਨਰਲ ਟ੍ਰੇਨਿੰਗ 'ਚ ਹੋਵੇ। ਤਾਂ
ਇਹਦੇ ਪੁਆਇੰਟਸ ਹੋ ਗਏ, ਤੁਹਾਡੇ ਕੋਲ ਰੈਲੇਵੈਂਟ ਮਿਨੀਮਮ 1 ਈਅਰ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਆ। ਦੈਨ ਫਿਰ ਤੁਹਾਡੇ ਕੋਲ ਅੱਗੇ ਉਹਦੇ ਲੈਂਗੁਏਜ ਦੇ ਮਾਰਕਸ ਆ ਗਏ। ਲੈਂਗੁਏਜ ਦੇ ਵਿੱਚ ਵੀ ਜਿਹੜਾ ਹੈਗਾ ਕਿ ਤੁਸੀਂ ਇੰਗਲਿਸ਼ ਦੇ ਗੱਲ ਕਰੀਏ ਤਾਂ 2 ਟੈਸਟ ਨੇ, ਇੱਕ ਆਇਲਸ ਹੈ, ਇੱਕ ਸੈਲਪੈਪ ਆ, ਜਿਹੜਾ ਕਿ ਉੱਥੇ ਅਪਰੂਵਡ ਆ, ਜਿਹਦੇ ਸਕੋਰ ਤੁਸੀਂ ਦੇ ਕੇ ਆਪਣੇ ਪੁਆਇੰਟਸ ਕਲੇਮ ਕਰਦੇ ਹੋ ਕਿ ਇੰਗਲਿਸ਼ 'ਚੋਂ ਮੇਰੇ ਕੋਲ ਇੰਨੇ ਪੁਆਇੰਟਸ ਨੇ, ਕਿਉਂਕਿ ਤੁਹਾਡੀ ਐਜੂਕੇਸ਼ਨ ਜੋ ਇਕੁਵਲੈਂਸੀ ਰਹੇਗੀ ਉਹੀ ਪੁਆਇੰਟਸ ਮਿਲਣੇ, ਐਕਸਪੀਰੀਅੰਸ ਵੀ ਜੋ ਤੁਹਾਡਾ ਰਹੇਗਾ ਉਹਦੇ ਵੀ ਉਨੇ ਪੁਆਇੰਟਸ ਮਿਲਣੇ ਆ। ਤਾਂ ਪੁਆਇੰਟਸ ਜਿਹੜੇ ਵੱਧ ਘੱਟ ਹੋਣੇ ਨੇ ਉਹ ਸਿਰਫ ਤੁਹਾਡੇ ਇੰਗਲਿਸ਼ ਸਕੋਰ, ਜਾਂ ਫਿਰ ਤੁਸੀਂ ਫਰੈਂਚ ਕੀਤੀ ਹੈ ਤਾਂ, ਜਾਂ ਫਿਰ ਤੁਹਾਡੇ ਕੋਲੇ ਐਡੀਸ਼ਨਲ ਪੁਆਇੰਟ ਨੇ ਕਿ ਤੁਹਾਡੇ ਕੋਲੇ ਕੋਈ ਜੋਬ ਆਫਰ ਅਵੇਲੇਬਲ ਆ ਉੱਥੇ ਕੈਨੇਡਾ ਦੀ, ਜਾਂ ਤੁਹਾਡੇ ਕੋਲੇ ਕੋਈ ਕੈਨੇਡੀਅਨ ਸਟੱਡੀ ਆ, ਕੈਨੇਡੀਅਨ ਐਕਸਪੀਰੀਅੰਸ ਆ, ਹੈ ਨਾ, ਜਿਹੜਾ ਕਿ ਯੂਜਲੀ ਬੱਚੇ ਜਿਹੜੇ ਸਟੱਡੀ ਕਰਨ ਜਾਂਦੇ ਆ ਉਹਨਾਂ ਕੋਲ 1 ਸਾਲ ਦਾ ਐਕਸਪੀਰੀਅੰਸ ਹੋ ਜਾਂਦਾ, ਤਾਂ ਉਹਨਾਂ ਦੇ ਡਿਫਰੈਂਟ ਪੁਆਇੰਟਸ ਮਿਲਦੇ। ਬਟ ਸਾਡੇ ਲਈ ਜੇ ਅਸੀਂ ਇੱਥੋਂ ਸੋਚ ਰਹੇ ਹਾਂ ਤਾਂ ਬੇਸਿਕ ਚੀਜ਼ ਆ ਜਾਂਦੀ ਹੈ ਕਿ ਇੱਕ ਜਿਵੇਂ ਕਹਿ ਲਓ ਕਿ ਟਰੈਂਡ ਹੈ ਕਿ ਵੀ 8777 ਚਾਹੀਦੇ ਨੇ, ਔਰ ਈਦਰ ਜਾਂ ਸਾਨੂੰ ਹਾਇਰ ਸਕੋਰ ਚਾਹੀਦਾ, ਰਾਈਟ। ਤਾਂ ਉਹਦੇ ਕੋਲ ਸਰ ਜਿਵੇਂ ਤੁਸੀਂ ਸਾਨੂੰ ਇਨ ਬਰੀਫ ਐਕਸਪ੍ਰੈਸ ਐਂਟਰੀ ਬਾਰੇ ਦੱਸਿਆ ਕਿ ਆਪਾਂ PR ਇੱਧਰੋਂ ਐਕਸਪ੍ਰੈਸ ਐਂਟਰੀ ਰਾਹੀਂ ਲਗਾ ਸਕਦੇ ਹਾਂ, ਹੋਰ ਕਿਹੜੇ ਵੇਜ਼ ਨੇ, ਲਾਈਕ ਆਪਾਂ ਕਿੰਨਾ ਦੇ ਰਾਹੀਂ ਜਾ ਸਕਦੇ ਹਾਂ, ਲਾਈਕ ਐਕਸਪ੍ਰੈਸ ਐਂਟਰੀ ਇਜ਼ ਵਨ ਆਫ ਦਾ ਆਪਸ਼ਨ, ਤੇ ਹੋਰ ਕਿਹੜੀਆਂ ਆਪਸ਼ਨਸ ਨੇ? ਐਕਸਪ੍ਰੈਸ ਐਂਟਰੀ ਤੋਂ ਬਿਨਾਂ ਦੇਰ ਇਜ਼ ਵਨ ਪ੍ਰੋਗਰਾਮ ਕਾਲਡ PNP, ਦੈਟਸ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ। ਤਾਂ ਉਹਦੇ ਵਿੱਚ ਕੀ ਆ ਕਿ ਉਹਦੇ 'ਚ ਜੇ ਤੁਹਾਡੇ ਕੋਲੇ ਉਹ ਕਹਿੰਦੇ ਕਿ ਫੈਡਰਲ ਸਕਿਲਡ ਵਰਕਰ ਜਾਂ ਐਕਸਪ੍ਰੈਸ ਐਂਟਰੀ ਵਿੱਚ ਤੁਹਾਡੇ ਕੋਲੇ ਪੁਆਇੰਟ ਸਿਸਟਮ ਤੁਹਾਨੂੰ ਲੱਗਦਾ ਕਿ ਉਹਨੇ ਡਰਾ 'ਚ ਤੁਹਾਡਾ ਡਰਾ ਨਹੀਂ ਆਉਣਾ, ਤਾਂ ਉੱਥੇ ਕੀ ਹੈ ਕਿ ਜਿੰਨੇ ਪ੍ਰੋਵਿੰਸਸ ਨੇ ਤਾਂ ਹਰ ਇੱਕ ਦੀ ਆਪਣੀ ਇੱਕ ਸਕਿੱਲ ਇਨ ਡਿਮਾਂਡ ਜਾਂ ਸਕਿੱਲ ਇਨ ਸ਼ਾਰਟ ਜੋ ਵੀ ਉਹਨਾਂ ਦੀ ਲਿਸਟ ਹੈਗੀ ਸਕਿਲਡ ਕੈਟਾਗਰੀਜ਼ ਦੇ ਅੰਡਰ, ਤਾਂ ਉਹਨਾਂ ਦੀ ਆਪਣੀ ਲਿਸਟ ਹੈ। ਜੇ ਤੁਹਾਡਾ ਕ੍ਰਾਈਟੀਰੀਆ ਉਸ ਪਰਟੀਕੂਲਰ ਪ੍ਰੋਵਿੰਸ ਨਾਲ ਮੈਚ ਕਰਦਾ ਤਾਂ ਤੁਹਾਨੂੰ ਉੱਥੋਂ ਇਨਵੀਟੇਸ਼ਨ ਆ ਜਾਂਦਾ, ਔਰ ਜੇ ਉਹ ਅਪਰੂਵ ਹੋ ਜਾਂਦਾ ਤੁਹਾਨੂੰ 600 ਪੁਆਇੰਟ ਐਲੋਕੇਟ ਹੋ ਜਾਂਦੇ ਆ। ਸੋ ਤੁਹਾਡੇ ਐਕਸਪ੍ਰੈਸ ਐਂਟਰੀ ਦਾ ਸਪੋਜ਼ ਤੁਹਾਡਾ 380 ਬਣਦਾ ਸੀਗਾ, ਤੁਹਾਨੂੰ ਪਤਾ ਕਿ ਹੁਣ ਮੈਂ ਐਕਸਪ੍ਰੈਸ ਐਂਟਰੀ 'ਤੇ ਨਹੀਂ ਕਰ ਸਕਦਾ, ਤਾਂ ਇਨ ਕੇਸ ਤੁਸੀਂ PNP ਅਪਲਾਈ ਕੀਤੀ ਔਰ PNP ਅਪਰੂਵ ਵੀ ਹੋ ਗਈ ਤਾਂ ਦੈਨ ਯੂ ਵਿਲ ਗੈਟ 600 ਐਡੀਸ਼ਨਲ ਪੁਆਇੰਟਸ। ਸੋ 600 ਪਲੱਸ 380 ਜੋ ਵੀ ਤੁਹਾਡਾ ਸਕੋਰ ਸੀ, ਆਲਮੋਸਟ 900 ਪਲੱਸ ਤੁਹਾਡਾ ਸਕੋਰ ਹੋ ਗਿਆ। ਤਾਂ ਦੈਨ ਜਦੋਂ ਵੀ ਨੈਕਸਟ ਟਾਈਮ ਡਰਾ ਆਊਗਾ ਤਾਂ ਤੁਹਾਡਾ ਇਨਵੀਟੇਸ਼ਨ ਟੂ ਅਪਲਾਈ ਤੁਹਾਨੂੰ ਮਿਲ ਜਾਊ, ਰਿਸੀਵ ਹੋ ਜਾਊਗਾ। ਤੇ ਸਰ ਮਿਨੀਮਮ ਸਕੋਰ ਕੀ ਹੁੰਦਾ ਹੈ, ਲਾਈਕ ਜੇ ਆਪਾਂ ਐਕਸਪ੍ਰੈਸ ਐਂਟਰੀ ਦੀ ਵੀ ਗੱਲ ਕਰੀਏ ਤੇ PNP ਦੀ ਵੀ ਗੱਲ ਕਰੀਏ ਤਾਂ ਮਿਨੀਮਮ ਸਕੋਰ ਕਿੰਨਾ ਚਾਹੀਦਾ ਹੁੰਦਾ? ਮੈਮ ਮਿਨੀਮਮ ਸਕੋਰ ਤਾਂ ਉਹਨਾਂ ਵੱਲੋਂ ਕੁਝ ਡਿਫਾਈਨ ਨਹੀਂ ਹੈ, ਉਹ ਤਾਂ ਕਹਿੰਦੇ ਕਿ ਪੁਆਇੰਟਸ ਪੂਰੇ ਕਰੋ। ਬਟ ਹਾਂ, ਜਦੋਂ ਸਾਨੂੰ ਪਤਾ ਕਿ ਇੰਗਲਿਸ਼ ਇੱਕ ਇੱਦਾਂ ਦਾ ਫੈਕਟਰ ਹੈ ਕਿ ਜਿਹਦੇ ਵਿੱਚ ਅਸੀਂ ਮੈਕਸੀਮਮ ਸਕੋਰ ਜਿੰਨਾ ਮੈਕਸੀਮਮ ਸਕੋਰ ਕਰਾਂਗੇ ਉਨੇ ਸਾਡੇ ਪੁਆਇੰਟਸ ਜ਼ਿਆਦਾ ਨੇ। ਜਿਵੇਂ ਹੁਣ ਜੇ ਆਪਾਂ ਕੰਸੀਡਰ ਕਰ ਲਈਏ ਕਿ ਇੱਕ ਆਈਡਲ ਕੈਂਡੀਡੇਟ ਜਿਹਨੇ ਮਾਸਟਰ ਡਿਗਰੀ ਕੀਤੀ ਹੋਈ ਆ ਔਰ ਉਹਦੀ ਏਜ 29-30 ਦੇ ਅਰਾਊਂਡ ਆ, ਅਤੇ ਉਹਦੇ ਕੋਲ 8777 ਹੈਗਾ, ਦੈਨ ਉਹਦੇ ਕੋਲ ਸਫੀਸ਼ੈਂਟ CRS ਸਕੋਰ ਹੋਏਗਾ, ਆਲਮੋਸਟ ਉਹਦੇ ਕੋਲ 650 ਪਲੱਸ ਸਕੋਰ ਹੋਏਗਾ ਆਲਮੋਸਟ। ਬਾਕੀ ਤਾਂ ਉਹਦੇ ਫੈਕਟਰ 'ਤੇ ਡਿਪੈਂਡ ਕਰਦਾ ਕਿ ਉਹ ਮੈਰਿਡ ਆ ਅਨਮੈਰਿਡ ਆ। ਫਿਰ ਜੇ ਮੈਰਿਡ ਆ ਤਾਂ ਉਹਦੇ ਸਪਾਊਸ ਦੀ ਐਜੂਕੇਸ਼ਨ ਕੀ ਆ, ਉਹਦੇ ਸਪਾਊਸ ਦਾ ਆਇਲਸ ਸਕੋਰ ਕੀ ਆ, ਦੇਣਾ ਚਾਹੁੰਦੇ ਨਹੀਂ ਦੇਣਾ ਚਾਹੁੰਦੇ ਉਹ ਉਹਨਾਂ ਦੀ ਹੈ ਨਾ। ਬਟ ਜੇ ਅਸੀਂ ਗੱਲ ਕਰੀਏ ਆਇਲਸ ਦੀ ਤਾਂ 8777 ਆਪਾਂ ਮੰਨ ਕੇ ਚੱਲਦੇ ਹਾਂ। ਬਟ ਹਾਂ, ਇੱਦਾਂ ਨਹੀਂ ਹੈਗਾ ਕਿ ਸਰ ਜੇ 8777 ਹੋਣਗੇ ਫਿਰ ਹੀ ਹੋਊਗਾ। ਦੈਨ ਇਫ ਯੂ ਆਰ ਨਾਟ ਗੈਟਿੰਗ 8777 ਦੈਨ ਜਾਂ ਤਾਂ ਤੁਸੀਂ ਟੈਸਟ ਚੇਂਜ ਕਰਕੇ ਦੇਖ ਸਕਦੇ ਹੋ, ਜ਼ਿਆਦਾ ਤੁਸੀਂ ਟੈਸਟ ਜਿਵੇਂ ਮੈਂ ਦੱਸਿਆ ਸੀਗਾ ਕਿ ਸੈਲਪਿਪ ਟਰਾਈ ਕਰ ਲਓ। ਆਪਾਂ ਅਕਸਰ ਆਇਲਸ ਬਾਰੇ ਹੀ ਸੁਣਿਆ ਹੋਏ, ਸੈਲਫ ਪ੍ਰੈਪ ਬੇਸਿਕਲੀ ਇਹ ਹੈ ਕਿ ਤੇ ਉੱਥੇ ਐਕਸੈਪਟੇਬਲ ਹੈ? ਮੈਮ ਸੈਲਪੈਪ ਇੱਕ ਕੈਨੇਡੀਅਨ ਟੈਸਟ ਆ, ਪੈਰਾਗਨ ਨਾਮ ਦੀ ਕੰਪਨੀ ਇਹਨੂੰ ਰਨ ਕਰਦੀ ਆ। ਟੈਸਟ ਕੰਡਕਟ ਹੁੰਦੇ ਆ ਆਪਣੇ ਇੰਡੀਆ ਦੇ ਵਿੱਚ ਵੀ ਸੈਂਟਰ ਬਣੇ ਹੋਏ ਆ। ਤਾਂ ਇਹਨਾਂ ਦਾ ਵੀ ਸੇਮ ਫਾਰਮੈਟ, ਉਹੀ ਲਿਸਨਿੰਗ, ਰੀਡਿੰਗ, ਰਾਈਟਿੰਗ, ਸਪੀਕਿੰਗ ਇਹਦੇ ਵਿੱਚ ਹੁੰਦੀ ਆ, ਸੇਮ ਫਾਰਮੈਟ ਨੇ ਸਾਰਿਆਂ ਦੇ। ਬਟ ਥੋੜ੍ਹਾ ਈਜ਼ੀ ਆ ਔਰ ਇਟਸ ਟੋਟਲੀ ਕੰਪਿਊਟਰ ਬੇਸਡ। ਸੋ ਟੋਟਲੀ ਕੰਪਿਊਟਰ ਬੇਸਡ ਟੈਸਟ ਹੈ। ਜਿਵੇਂ ਸਾਡੀ ਪ੍ਰੋਬਲਮ ਹੁੰਦੀ ਹੈ ਕਈ ਵਾਰੀ ਕਿ ਅਸੀਂ ਸਪੀਕਿੰਗ ਜੀ ਇਨ ਪਰਸਨ ਸਾਨੂੰ ਕਿਸੇ ਦੇ ਸਾਹਮਣੇ ਬੋਲਣਾ ਔਖਾ ਲੱਗਦਾ, ਬਟ ਜਦੋਂ ਸਾਨੂੰ ਪਤਾ ਹੋਵੇ ਕਿ ਸਾਡੇ ਸਾਹਮਣੇ ਕੋਈ ਨਹੀਂ, ਸਿਰਫ ਇੱਕ ਸਿਸਟਮ ਹੈ ਅਤੇ ਤੁਸੀਂ ਉਹਦੇ 'ਤੇ ਪਰਫੋਰਮ ਕਰਨਾ, ਤਾਂ ਥੋੜ੍ਹਾ ਕਈ ਜਿਨ੍ਹਾਂ ਨੂੰ ਪ੍ਰੋਬਲਮ ਹੈ ਤਾਂ ਉਹ ਇੱਕ ਇੱਦਾਂ ਓਵਰਕਮ ਕਰ ਸਕਦੇ ਆ। ਜਿਨ ਕਈਆਂ ਦੀ ਹੈ ਕਿ ਹੈਂਡ ਰਾਈਟਿੰਗ ਮਾੜੀ ਆ, ਉੱਥੇ ਤੁਸੀਂ ਸਿਰਫ ਟਾਈਪ ਕਰਨਾ ਔਰ ਉਹਦਾ ਜੋ ਰਾਈਟਿੰਗ ਦਾ ਸਟਰਕਚਰ ਆ ਉਹ ਵੀ ਟੋਟਲੀ ਡਿਫਰੈਂਟ ਆ ਐਜ਼ ਕੰਪੇਅਰ ਟੂ ਆਇਲਸ। ਮਤਲਬ ਲਾਈਕ ਇਹਨਾਂ ਦੇ ਲੈਵਲ ਆਫ ਟੈਸਟਿੰਗ ਵਿੱਚ ਵੀ ਕੁਝ ਡਿਫਰੈਂਸ ਹੈ, ਲਾਈਕ ਆਇਲਸ ਦਾ ਇੱਕ ਲੈਵਲ ਇੱਕ ਸੈੱਟ ਹੈ ਉਹਦੇ ਵਿੱਚ ਜਿਵੇਂ ਤੁਸੀਂ ਕਰਦੇ ਹੋ ਕਿ ਆਇਲਸ ਦੇ ਵਿੱਚ ਬੈਂਡ ਹੋ ਗਏ ਜੀ, ਆਊਟ ਆਫ 9 ਬੈਂਡ ਤੁਹਾਨੂੰ ਮਿਲਦੇ ਆ, ਅਤੇ ਇਹਨਾਂ ਦਾ ਡਾਇਰੈਕਟਲੀ CLB ਲੈਵਲ ਹੈ, ਦੈਟਸ ਕੈਨੇਡੀਅਨ ਲੈਂਗੁਏਜ ਬੈਂਚਮਾਰਕ। ਤਾਂ ਉਹਦੇ ਵਿੱਚ ਤੁਹਾਡੇ 4 to 12 ਤੁਹਾਡਾ ਸਕੋਰ ਬਣਿਆ ਹੁੰਦਾ। ਤਾਂ ਜੇ ਅਸੀਂ 8777 ਦੀ ਗੱਲ ਕਰ ਲਈਏ ਤਾਂ ਤੁਹਾਨੂੰ ਸੈਲਪੈਪ ਦੇ ਵਿੱਚ ਚਾਹੀਦਾ CLB 9, ਤਾਂ CLB 9 ਇਜ਼ ਇਕੁਅਲ ਟੂ 8777। ਸੋ ਉਹ ਫੈਕਟਰ ਹੈ, ਇੱਕ ਸਾਈਕੋਲੋਜੀਕਲ ਫੈਕਟਰ ਹੈ ਕਿ ਜੀ 12 ਚੋਂ 9 ਲੈਣੇ ਸੌਖੇ ਆ, ਤਾਂ ਉੱਧਰੋਂ 9 ਚੋਂ 9 ਲੈਣੇ ਜ਼ਿਆਦਾ ਤੁਹਾਨੂੰ ਔਖੇ ਲੱਗਦੇ ਆ, ਰਾਈਟ। ਬਟ ਉੱਥੇ ਦਾ ਟੈਸਟ ਆ ਲੋਕਲ ਕੈਨੇਡੀਅਨ ਟੈਸਟ ਆ, ਔਰ ਜਿਵੇਂ ਬੇਸਿਕ ਥੋੜ੍ਹਾ ਜਿਹਾ ਹੋਰ ਡਿਟੇਲ 'ਚ ਦੱਸਾਂ ਤਾਂ ਉਹਦਾ ਕੰਟੈਕਸਟ, ਪੂਰੇ ਟੈਸਟ ਦਾ ਕੰਟੈਕਸਟ ਹੀ ਕੈਨੇਡੀਅਨ ਆ।
ਹੁਣ ਜੇ ਮੈਂ ਆਇਲਸ ਦੇ ਟੈਸਟ ਦੀ ਗੱਲ ਕਰਾਂ ਤਾਂ ਉੱਥੇ ਰੀਡਿੰਗ ਲਿਸਨਿੰਗਸ ਅਸੀਂ ਸੁਣਦੇ ਹਾਂ, ਉਹਦਾ ਕੰਟੈਕਸਟ ਕੈਨੇਡੀਅਨ, ਉਹਦਾ ਕੋਈ ਕਿਸੇ ਅਸੀਂ ਨਿਊਜ਼ੀਲੈਂਡ 'ਤੇ ਵੀ ਪੜ੍ਹਦੇ ਹਾਂ ਰੀਡਿੰਗ ਦੇ ਵਿੱਚ, ਅਸੀਂ UK 'ਤੇ ਪੜ੍ਹ ਰਹੇ ਹਾਂ, ਆਸਟ੍ਰੇਲੀਆ 'ਤੇ ਪੜ੍ਹ ਰਹੇ ਹਾਂ, ਕਿਸੇ ਵੀ ਕੰਟਰੀ, ਬਟ ਉਹਦੇ ਵਿੱਚ ਜੋ ਵੀ ਕੰਟੈਂਟ ਹੋਏਗਾ ਦੈਟਸ ਸਮਥਿੰਗ ਰਿਲੇਟਡ ਟੂ ਕੈਨੇਡਾ ਓਨਲੀ, ਸਿਰਫ ਟੋਟਲੀ ਕੈਨੇਡੀਅਨ ਹੋਏਗਾ। ਸਰ ਜਿਹੜਾ ਤੁਸੀਂ ਟੈਸਟ ਦੱਸਿਆ ਸੈਲ ਪੈਪ ਜਿਹੜਾ ਹੈ, ਇਹ ਹੋਰ ਹੁਣ ਲਾਈਕ ਪ੍ਰਮੋਟ ਕਿਉਂ ਨਹੀਂ ਕੀਤਾ ਜਾਂਦਾ? ਆਇਲਸ ਹੀ ਕਿਉਂ ਬੇਸਿਕਲੀ ਜ਼ਿਆਦਾ ਇਹਨਾਂ ਪ੍ਰਮੋਟ ਕੀਤਾ ਜਾਂਦਾ ਹੈ? ਪ੍ਰਮੋਟ ਬੇਸਿਕਲੀ ਜਿਹੜਾ ਆਪਾਂ ਕਹਿ ਲਈਏ ਕਿ ਪੰਜਾਬ 'ਚ ਥੋੜ੍ਹਾ ਘੱਟ ਪ੍ਰਮੋਟ ਹੋ ਰਿਹਾ, ਆਈ ਡੋਂਟ ਨੋ ਦ ਰੀਜ਼ਨਸ, ਬਟ ਯੈਸ ਥੋੜ੍ਹਾ ਤੁਸੀਂ ਦਿੱਲੀ ਸਾਈਡ ਵੱਲ ਜਾਓਗੇ ਜਾਂ ਜਿਹੜੇ IT ਸੈਕਟਰ ਦੇ ਬੰਦੇ ਨੇ ਜਾਂ ਜਿਹੜੇ ਹੋਰ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਕੋਲੇ ਘੱਟ ਟਾਈਮ ਦੇ ਵਿੱਚ ਅਸੀਂ ਟੈਸਟ ਲੈਣਾ ਪਲੱਸ ਅਸੀਂ ਸਕੋਰ ਵੀ ਈਜ਼ੀਲੀ ਅਚੀਵ ਕਰਨਾ ਚਾਹੁੰਦੇ ਹਾਂ, ਤਾਂ ਉਹਨਾਂ ਲਈ ਬੜਾ ਹੈ। ਆਪਣੇ ਚੰਡੀਗੜ੍ਹ ਸੈਂਟਰ ਬਣਿਆ ਹੋਇਆ ਐਗਜ਼ਾਮ ਸੈਂਟਰ, ਔਰ ਆਪਣੇ ਵੀ ਨੋ ਡਾਊਟ ਆਪਣੇ ਵੀ ਚੱਲਦਾ, ਬਟ ਪ੍ਰੋਬਲਮ ਹੁੰਦੀ ਹੈ ਕਿ ਉਹਨੂੰ ਟ੍ਰੇਨਿੰਗ ਦੇਣ ਦੀ ਜਾਂਦਾ ਲੋਕਾਂ ਨੂੰ ਪ੍ਰੋਬਲਮ ਹੁੰਦੀ ਹੈ ਕਿ ਉਹਨੂੰ ਟ੍ਰੇਨ ਕੌਣ ਕਰੇਗਾ। ਜੇ ਆਪ ਟ੍ਰੇਨਿੰਗ ਹੋਏਗੀ ਤਾਂ ਜਿਵੇਂ ਸਾਡਾ ਹੈ ਕਿ ਜਿਵੇਂ ਮੈਂ ਅਸੀਂ ਜਿਹੜਾ ਸੈਲ ਪੈਪ ਹੈਗਾ ਉਹਦੇ ਅਸੀਂ ਪ੍ਰੋਗਰਾਮ ਪਾਰਟਨਰ ਵੀ ਆ, ਔਰ ਮੈਂ ਲੈਵਲ 2 ਟ੍ਰੇਨਰ ਵੀ ਆ ਉਹਦਾ। ਸਰ ਜਿਵੇਂ ਤੁਸੀਂ ਦੱਸਿਆ ਕਿ ਇਹਦਾ ਟਾਈਮ ਵਗੈਰਾ ਘੱਟ ਲੱਗਦਾ ਹੈ, ਅਤੇ ਇਹਦੀ ਲਾਈਕ ਪ੍ਰੀਪਰੇਸ਼ਨ ਅਤੇ ਆਪਾਂ ਟੈਸਟ ਇਹਦਾ ਲਾਈਕ ਕਿੰਨੇ ਦਿਨਾਂ 'ਚ ਕਰ ਸਕਦੇ ਹਾਂ, ਅਤੇ ਰਿਜ਼ਲਟ ਕਿੰਨੇ ਦਿਨਾਂ 'ਚ ਆਉਂਦਾ? ਕਿਉਂਕਿ ਆਇਲਸ ਦਾ ਰਿਜ਼ਲਟ 15 ਡੇਜ਼ ਵਿੱਚ ਆਉਂਦਾ ਹੈ, ਅਤੇ ਇਹਦਾ ਰਿਜ਼ਲਟ ਕਿੰਨੇ ਦਿਨਾਂ ਵਿੱਚ ਆਉਂਦਾ? ਮੈਮ ਇਹਦਾ ਆਲਮੋਸਟ 5th ਵਰਕਿੰਗ ਡੇ ਆ ਜਾਂਦਾ, 5th ਵਰਕਿੰਗ ਡੇ ਰਿਜ਼ਲਟ ਆ ਜਾਂਦਾ ਇੱਥੇ ਆਪਣੇ ਪੰਜਾਬ 'ਚ ਚੰਡੀਗੜ੍ਹ ਸੈਂਟਰ ਹੈ, ਦੈਨ ਉੱਧਰ ਅਦਰਵਾਈਜ਼ ਦਿੱਲੀ ਜਾ ਕੇ ਵੀ ਦੇ ਸਕਦੇ ਹੋ ਤੁਸੀਂ ਟੈਸਟ ਫਾਰਮੈਟ ਹੀ ਡਿਫਰੈਂਟ ਹੁੰਦਾ, ਕਿਉਂਕਿ ਜਦੋਂ ਤੁਸੀਂ ਟੈਸਟ ਨੂੰ ਕੰਪੇਅਰ ਕਰਦੇ ਹੋ ਨਾ ਕਿਸੇ ਨੂੰ, ਤਾਂ ਮੈਂ ਕਹਿੰਦਾ ਨਾ ਕਿ ਟੈਸਟ ਨੂੰ ਕੰਪੇਅਰ ਕਰਨ ਦਾ ਇੱਕੋ ਹੀ ਤਰੀਕਾ ਕਿ ਹਾਊ ਯੂ ਵਿਲ ਗੈਟ ਸਕੋਰ, ਤੁਹਾਨੂੰ ਸਕੋਰਿੰਗ ਕਿੱਦਾਂ ਹੋ ਰਹੀ ਹੈ। ਜੇ ਤੁਹਾਨੂੰ ਪਤਾ ਕਿ ਤੁਹਾਨੂੰ ਸਕੋਰਿੰਗ ਕਿੱਦਾਂ ਹੋ ਰਹੀ ਹੈ ਦੈਨ ਯੂ ਈਜ਼ੀਲੀ ਕਰੈਕ, ਤੁਸੀਂ ਕੁਛ ਵੀ ਕਰੈਕ ਕਰ ਸਕਦੇ ਹੋ। ਜੇ ਤੁਹਾਨੂੰ ਪਤਾ ਹੋਣਾ ਚਾਹੀਦਾ ਟੈਸਟ ਫਾਰਮੈਟ ਕੀ ਆ, ਵਾਟ ਦੇ ਵਾਂਟ ਫਰੋਮ ਯੋਰ ਸਾਈਡ, ਤੁਸੀਂ ਕੀ ਤੁਹਾਡੇ ਤੋਂ ਕੀ ਸੁਣਨਾ ਚਾਹੁੰਦੇ ਨੇ, ਅਤੇ ਟੈਸਟ ਦੇ ਪੈਰਾਮੀਟਰਸ ਕੀ ਨੇ, ਸੋ ਉਹਦੇ ਅਕੋਰਡਿੰਗ ਥੋੜ੍ਹਾ ਈਜ਼ੀ ਲੱਗਦਾ, ਸ਼ਾਇਦ ਮੈਨੂੰ ਲੱਗਦਾ ਹੋਵੇ, ਬਟ ਯੈਸ ਇਟ ਇਜ਼ ਈਜ਼ੀ ਟੂ ਅਚੀਵ। ਹਾਂ, ਔਰ ਦੂਸਰੀ ਚੀਜ਼ ਮੈਂ ਇਹ ਕਹਿ ਸਕਦਾ ਕਿ ਜੇ ਤੁਸੀਂ ਇੱਕ ਚੀਜ਼ ਟਰਾਈ ਕਰ ਰਹੇ ਹੋ ਨਹੀਂ ਹੋ ਰਹੀ, ਤਾਂ ਦੈਨ ਯੂ ਹੈਵ ਟੂ ਗੋ ਫॉर ਸੈਕੰਡ ਆਪਸ਼ਨ, ਬਟ ਹਾਂ ਸੈਕੰਡ ਆਪਸ਼ਨ ਸਾਡੇ ਥੋੜ੍ਹੀ ਘੱਟ ਪਤਾ, ਸੋ ਦੈਟਸ ਵਾਈ ਆਮ ਸੇਇੰਗ ਕਿ ਹਾਂ ਜੇ ਇੱਕ ਆਪਸ਼ਨ ਨਹੀਂ ਤਾਂ ਸੈਕੰਡ ਆਪਸ਼ਨ 'ਤੇ ਜਾਓ। ਅਤੇ ਇਹ ਸੈਲ ਪ੍ਰੈਪ ਜਿਹੜਾ ਹੈ ਸਰ, ਇਹ ਲਾਈਕ ਸਿਰਫ PR ਵਾਸਤੇ ਹੀ ਹੈ ਕਿ ਸਟੱਡੀ ਵਾਲੇ ਵੀ ਇਸ 'ਤੇ ਜਾ ਸਕਦੇ ਆ? ਮੋਸਟ ਆਫ ਦ ਕੇਸਿਸ ਦੇ ਵਿੱਚ PR ਲਈ ਜ਼ਿਆਦਾ ਪ੍ਰੋਮੀਨੈਂਟ ਹੈ। ਹੁਣ ਜਿਵੇਂ ਇਹਦਾ ਆਨਸਰ ਮੇਰੇ ਕੋਲ ਇਹੀ ਹੈ ਕਿ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ PT ਅਸੈਪਟੇਬਲ ਹੈ ਕੈਨੇਡਾ 'ਚ, ਯੈਸ ਇਟ ਇਜ਼ ਅਸੈਪਟੇਬਲ, ਬਟ ਯੈਸ ਸਮਹਾਓ ਕਿਤੇ ਨਾ ਕਿਤੇ ਫਿਰ ਉਹ ਡਿਸੀਜਨ ਫੈਕਟਰ 'ਚ ਥੋੜ੍ਹਾ ਜਿਹਾ ਇਸ਼ੂ ਕ੍ਰੀਏਟ ਕਰਦਾ ਹੀ ਆ, ਮਤਲਬ ਉਹ ਟਰੁੱਥ ਹੈ ਹੈ ਨਾ। ਅਤੇ ਸਰ ਲਾਈਕ ਜਿਵੇਂ ਆਪਾਂ ਗੱਲ ਕੀਤੀ ਸੀ ਕਿ PR ਵਾਸਤੇ ਕਿੰਨਾ ਲੋਕਾਂ ਕੋਲ ਮਾਸਟਰਸ ਡਿਗਰੀ ਹੁੰਦੀ ਹੈ, ਬਟ ਜੇ ਆਪਾਂ ਲਾਈਕ PR ਇੱਧਰੋਂ ਲੈ ਕੇ ਜਾ ਰਹੇ ਹਾਂ ਆਪਣੇ, ਸਾਨੂੰ ਉੱਥੇ ਜਾ ਕੇ ਫਿਰ ਕੋਈ ਸਟੱਡੀ ਕਰਨ ਦੀ ਲੋੜ ਹੈ ਕਿ ਜੇ ਆਪਾਂ ਉੱਥੇ ਜਾ ਕੇ ਸਿਰਫ ਲਾਈਕ ਜੋਬ ਹੀ ਕਰਾਂਗੇ? ਮੈਮ ਜੇ ਤੁਸੀਂ ਇੱਥੋਂ PR 'ਤੇ ਜਾ ਰਹੇ ਹੋ ਤਾਂ ਦੇਰ ਇਜ਼ ਨੋ ਪੁਆਇੰਟ ਕਿ ਤੁਸੀਂ, ਹਾਂ ਇਨ ਕੇਸ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸਟੱਡੀ ਦੀਆਂ ਆਪਸ਼ਨਾਂ ਜ਼ਿਆਦਾ ਵਧੀਆ ਹੋ ਜਾਂਦੀਆਂ, ਤੁਹਾਡੇ ਲਈ ਸਟੱਡੀ ਸਸਤੀ ਹੋ ਜਾਂਦੀ ਆ। ਈਵਨ ਦੇਰ ਆਰ ਸਮ ਗੌਰਮੈਂਟ ਫੰਡਿੰਗ ਇਫ ਯੂ ਆਰ ਇੰਟਰਸਟਡ ਕਿ ਤੁਹਾਨੂੰ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਉੱਥੇ ਗੌਰਮੈਂਟ ਤੁਹਾਨੂੰ ਪੈਸਾ ਵੀ ਫੰਡ ਕਰਦੀ ਹੈ ਕਿ ਤੁਸੀਂ ਪੜ੍ਹੋ ਬਾਅਦ 'ਚ ਮੋੜ ਦਿਓ। ਸਰ ਉੱਥੇ ਹੀ ਇੱਕ ਜੋਬ ਕਹਿ ਲਓ, ਤੁਸੀਂ ਯੂ ਆਰ ਫਰੀ ਟੂ ਡੂ ਐਨੀਥਿੰਗ, ਤੁਸੀਂ ਪੜ੍ਹ ਸਕਦੇ ਹੋ, ਤੁਸੀਂ ਜੋਬ ਕਰ ਸਕਦੇ ਹੋ, ਤੁਸੀਂ ਆਪਣਾ ਬਿਜ਼ਨਸ ਰਨ ਕਰ ਸਕਦੇ ਹੋ, ਜਿੱਦਾਂ ਦਾ ਵੀ ਤੁਹਾਨੂੰ ਕੰਫਰਟ ਜ਼ੋਨ ਮਿਲਦਾ, ਤੁਹਾਨੂੰ ਜਿੱਦਾਂ ਦੀਆਂ ਚੀਜ਼ਾਂ ਉੱਥੇ ਫੈਸਿਲਿਟੀਜ਼ ਮਿਲਦੀਆਂ ਨੇ ਹੈ ਨਾ, ਉਹਦੇ ਅਕੋਰਡਿੰਗ ਤੁਸੀਂ ਆਪਟ ਕਰ ਸਕਦੇ ਹੋ। ਬਟ ਸਰ ਲਾਈਕ ਜੋਬ ਆਫਰ, ਲਾਈਕ ਜੋਬ ਉੱਥੇ ਜਾ ਕੇ ਲਾਈਕ ਥੋੜ੍ਹਾ ਟਾਈਮ ਤਾਂ ਲਾਈਕ ਲੋਕਾਂ ਵੱਲੋਂ ਇਹ ਕਿਹਾ ਜਾਂਦਾ ਕਿ ਕਾਫੀ ਟਾਈਮ ਲੱਗ ਜਾਂਦਾ ਕਿੰਨੀ ਵਾਰ ਜੋਬ ਲੈ ਕੇ PR ਲੈ ਕੇ ਵੀ ਜਾਂਦੇ ਹੈ ਤਾਂ ਉਹਨਾਂ ਨੂੰ ਕਾਫੀ ਟਾਈਮ ਲੱਗ ਜਾਂਦਾ ਹੈ ਜੋਬ ਲਾਈਕ ਲੱਭਣ ਵਿੱਚ। ਮੈਮ ਇਹ ਹੁਣ ਸਾਰਾ ਕੁਝ ਡਿਪੈਂਡ, ਇਹ ਨਾ ਇੱਕ ਮਿੱਥ ਆ ਵੀ ਕਿ ਇੱਦਾਂ ਹੀ ਹੋਣਾ, ਇੱਦਾਂ ਹੀ ਹੁੰਦਾ ਆ ਅਤੇ ਹਰ ਨਾਲ ਇੱਦਾਂ ਹੀ ਹੋਣਾ, ਜਦ ਕਿ ਇੱਦਾਂ ਦਾ ਕੁਛ ਨਹੀਂ ਆ। ਈਵਨ ਉੱਥੇ ਤੁਹਾਨੂੰ ਗਵਰਨਮੈਂਟ ਸਪੋਰਟ ਕਰਦੀ ਆ, ਉੱਥੇ ਬਹੁਤ ਸਾਰੇ ਨਿਊ ਕਮਰ ਸੈਂਟਰਸ ਬਣੇ ਹੋਏ ਆ, ਉਹ ਤੁਹਾਨੂੰ ਪ੍ਰੋਪਰਲੀ ਗਾਈਡ ਕਰਦੇ ਆ, ਤੁਹਾਡਾ ਈਵਨ ਕੈਨੇਡੀਅਨ ਰਿਜ਼ਿਊਮ ਬਣਾਉਣ 'ਚ ਹੈਲਪ ਕਰਦੇ ਆ, ਤੁਹਾਨੂੰ ਇੰਪਲੋਇਰਸ ਨਾਲ ਮਿਲਾਉਂਦੇ ਆ। ਬਟ ਹਾਂ ਇੱਕੋ ਹੀ ਗੱਲ 'ਤੇ ਆ ਕੇ ਗੱਲ ਮੁੱਕਣੀ ਕਿ ਇਫ ਯੂ ਆਰ ਸਕਿਲਡ, ਤੁਹਾਡੇ ਕੋਲ ਸਕਿੱਲਸ ਹੈਗੀਆਂ ਨੇ ਦੈਨ ਯੂ ਵਿਲ ਡੈਫੀਨੇਟਲੀ ਗੈਟ ਅ ਜੋਬ। ਐਂਡ ਉਹ ਤੋਂ ਵੀ ਜ਼ਿਆਦਾ ਵਧੀਆ ਚੀਜ਼ ਇਹ ਹੈਗੀ ਹੈ ਕਿ ਇਫ ਯੂ ਕੈਨ ਕਮਿਊਨੀਕੇਟ ਵੈਲ ਦੈਨ ਉੱਥੇ ਬਹੁਤ ਈਜ਼ੀ ਆ ਜੋਬ ਲੈਣੀ। ਉੱਥੇ ਮਤਲਬ ਇੱਦਾਂ ਨਹੀਂ ਪੁੱਛਿਆ ਜਾਂਦਾ ਕਿ ਲਿਆਓ ਤੁਹਾਡੀ ਡਿਗਰੀ ਕੀ ਆ, ਤੁਸੀਂ ਕੀ ਕੀਤਾ ਕੀ ਨਹੀਂ ਕੀਤਾ, ਦੈਟਸ ਟੋਟਲੀ ਸਕਿੱਲ ਬੇਸਡ। ਬਟ ਹਾਂ ਤੁਹਾਡੇ ਕੋਲ ਸਕਿੱਲ ਹੋਣੀ ਚਾਹੀਦੀ ਆ, ਤੁਹਾਡੇ ਕੋਲ ਕਮਿਊਨੀਕੇਸ਼ਨ ਸਕਿੱਲਸ ਚੰਗੀਆਂ ਨੇ ਤਾਂ ਦੈਨ ਡੈਫੀਨੇਟਲੀ ਯੂ ਵਿਲ ਗੈਟ। ਦੈਟ ਮੀਨਸ ਕਿ ਇਫ ਯੂ ਹੈਵ ਗੁੱਡ ਕਮਿਊਨੀਕੇਸ਼ਨ ਸਕਿੱਲਸ ਤਾਂ ਆਪਾਂ ਮਤਲਬ ਲਾਈਕ ਅੱਛੀ ਜੋਬ ਗ੍ਰੈਬ ਕਰ ਸਕਦੇ ਹਾਂ। ਯੈਸ ਕਰ ਸਕਦੇ ਹਾਂ, ਕਿਉਂਕਿ ਉੱਥੇ ਦੀ ਜੋਬ ਮਾਰਕੀਟ ਥੋੜ੍ਹੀ ਡਿਫਰੈਂਟ ਆ, ਇਹ ਚੀਜ਼ ਅਸੈਪਟ ਕਰਨੀ ਪਊਗੀ। ਬਟ ਇੱਦਾਂ ਨਹੀਂ ਹੈਗਾ ਕਿ ਤੁਹਾਨੂੰ ਕੋਈ ਜੋਬ ਹੀ ਨਹੀਂ ਮਿਲਦੀ ਉੱਥੇ। ਈਵਨ ਮੈਂ ਗਿਆ ਸੀ ਅਤੇ ਮੈਂ ਵੀ ਤਾਂ ਇੱਥੋਂ PR ਗਿਆ ਅਤੇ ਮੈਂ ਵੀ ਜਾ ਕੇ ਫਸਟ ਵੀਕ 'ਚ ਜੋਬ ਲੈਤੀ ਆ, ਐਂਡ ਈਵਨ ਆਈ ਵਾਜ਼ ਵਰਕਿੰਗ ਵਿਦ ਬੈਂਕ, ਸੋ ਇਟਸ ਨਾਟ ਕਿ ਮੈਂ ਕੁਛ ਐਕਸਟਰਾ ਆਰਡੀਨਰੀ ਕੀਤਾ ਸੀ, ਬਟ ਯੈਸ ਦ ਓਨਲੀ ਥਿੰਗ ਆਈ ਹੈਵ ਇਜ਼ ਕਮਿਊਨੀਕੇਸ਼ਨ ਸਕਿੱਲਸ। ਅਤੇ ਸਰ ਲਾਈਕ ਕਿੰਨੇ ਏਜੰਟ ਹੁੰਦੇ ਨੇ, ਲਾਈਕ ਕਿੰਨਿਆਂ ਨੇ ਲਾਈਕ ਮਾਸਟਰਸ ਕੀਤੀ ਹੁੰਦੀ ਹੈ ਅਤੇ ਉਹਨਾਂ ਨੂੰ ਉੱਥੇ ਲਾਈਕ PG ਡਿਪਲੋਮਾ ਜਿਹੜਾ, ਕਿਉਂਕਿ ਮਾਸਟਰਸ ਤੋਂ ਤਾਂ PG ਡਿਪਲੋਮਾ ਇੱਕ ਲਾਈਕ ਲੋਅਰ ਕੈਟੇਗਰੀ ਆ ਜਾਂਦੀ ਹੈ, ਅਤੇ ਉਹ ਚੀਜ਼ ਇਫੈਕਟ ਕਰਦੀ ਹੈ ਲਾਈਕ ਆਪਣੇ PR ਸਕੋਰ ਵਿੱਚ?
ਮੈਮ ਬੇਸਿਕਲੀ ਇਹ ਤਾਂ ਹੁਣ ਇੱਕ ਤਾਂ ਕਲਾਇੰਟ ਦੇ ਉੱਪਰ ਵੀ ਡਿਪੈਂਡ ਕਰਦਾ ਕਿ ਉਹ ਕਿੰਨਾ ਕੁ ਇਨਫੋਰਮਡ ਆ, ਬਟ ਹਾਂ ਜੇ ਮੇਰੇ ਅਕੋਰਡਿੰਗ ਐਥੀਕਲੀ ਇੱਦਾਂ ਸਹੀ ਹੈ ਕਿ ਤੁਸੀਂ ਆਪਸ਼ਨ ਦੇ ਦਿਓ ਬੱਚੇ ਨੂੰ ਕਿ ਇਫ ਯੂ ਹੈਵ ਅ ਪੀਜੀ ਡਿਪਲੋਮਾ ਔਰ ਮਾਸਟਰਸ ਦੈਨ ਯੂ ਕੈਨ ਗੋ ਫॉर ਯੂਅਰ PR। ਬਟ ਹਾਂ ਜੇ ਸਟਿਲ ਉਹ ਸਟੱਡੀ 'ਤੇ ਜਾਣਾ ਚਾਹੁੰਦਾ ਦੈਟਸ देयर ਚੋਇਸ, ਉਹਨਾਂ ਦੀ ਆਪਣੀ ਚੋਇਸ ਆ। ਬਟ ਹਾਂ ਬੰਦੇ ਨੂੰ ਆਪਸ਼ਨ ਜ਼ਰੂਰ ਦੇ ਕੇ ਚੱਲੋ ਕਿ ਯੈਸ ਯੂ ਕੈਨ ਗੋ ਫॉर PR ਐਪਲੀਕੇਸ਼ਨ ਜਾਂ ਤੁਸੀਂ ਐਲੀਜੀਬਲ ਹੋ, ਕਿਉਂਕਿ ਟੈਸਟ ਤਾਂ ਬੱਚੇ ਨੇ ਦੇਣਾ ਹੀ ਦੇਣਾ। ਉਹ ਸਟੱਡੀ ਲਈ ਵੀ ਦੇਊਗਾ ਅਕੈਡਮਿਕ ਟੈਸਟ, ਤਾਂ ਮੇਬੀ ਸ਼ਾਇਦ ਜੇ ਉਹ ਜਨਰਲ ਟੈਸਟ ਦੇਵੇ ਤਾਂ ਸ਼ਾਇਦ ਉਹ ਐਲੀਜੀਬਲ ਜਲਦੀ ਹੋ ਜਾਊਗਾ। ਐਂਡ ਸੈਕੰਡ ਫੈਕਟਰ ਕਿ ਜਿਹੜਾ ਤੁਸੀਂ ਗੱਲ ਕੀਤੀ ਤੇ ਕਈ ਵਾਰ ਅਸੀਂ ਉਹਨੂੰ ਹੋਲਡ ਕਰ ਲੈਂਦੇ ਹਾਂ ਇਨਫੋਰਮੇਸ਼ਨ ਨੂੰ ਨਾ, ਕਿ ਚਲੋ ਅਸੀਂ ਮਾਸਟਰ ਡਿਗਰੀ ਕੀਤੀ ਹੋਈ ਆ ਬਟ ਫਿਰ ਵੀ ਅਸੀਂ ਕੋਈ PG ਡਿਪਲੋਮਾ ਜਾਂ ਸਿਰਫ ਬੈਚਲਰ ਦਿਖਾ ਦਾਂਗੇ। ਤਾਂ ਉਹਦੇ ਨਾਲ ਕੀ ਹੈ ਕਿ ਕਿਉਂਕਿ ਜੇ ਤੁਸੀਂ PG ਡਿਪਲੋਮਾ ਕੀਤਾ ਔਰ ਸਹੀ ਦੱਸਿਆ ਵੀ ਈਵਨ ਬਹੁਤ ਸਾਰੇ ਪ੍ਰੋਗਰਾਮ ਨੇ ਜੇ ਤੁਸੀਂ ਮਾਸਟਰ ਵੀ ਕੀਤੇ ਉੱਥੇ ਜਾ ਕੇ ਦੁਬਾਰਾ ਮਾਸਟਰ ਵੀ ਲੈ ਸਕਦੇ ਹੋ, ਬਟ ਤੁਸੀਂ ਜੇ ਕੁਛ ਹੋਲਡ ਕੀਤਾ ਤੁਸੀਂ ਦੁਬਾਰਾ ਚੇਂਜ ਨਹੀਂ ਕਰ ਸਕਦੇ ਕਦੇ ਵੀ। ਟਿਲ PR ਦੀ ਐਪਲੀਕੇਸ਼ਨ ਤੁਹਾਨੂੰ ਸਾਰੀ ਸੇਮ ਇਨਫੋਰਮੇਸ਼ਨ ਦੇਣੀ ਪੈਣੀ ਆ ਸਟਾਰਟਿੰਗ ਤੋਂ ਰੱਖੀ ਹੋਏਗੀ ਹਾਂਜੀ। ਅਤੇ ਹਾਂ ਫਿਰ ਮੇਰਾ ਪੁਆਇੰਟ ਇਹ ਹੁੰਦਾ ਕਿ ਜੇ ਤੁਸੀਂ ਕੁਛ ਕੀਤਾ ਅਰਨ ਕੀਤਾ ਇੱਥੇ ਉੱਤੇ ਪੈਸਾ ਲਾਇਆ ਤਾਂ ਫਿਰ ਉਹਨੂੰ ਹੋਲਡ ਕਿਉਂ ਕੀਤਾ, ਕਿਉਂਕਿ ਦੈਟ ਬਿਕਮਸ ਜ਼ੀਰੋ ਦ ਡੇ ਯੂ ਇਨਫੋਰਮੇਸ਼ਨ ਤੁਸੀਂ ਹੋਲਡ ਕੀਤੀ ਉਹਦੇ ਉਹ ਡਿਗਰੀ ਤੁਹਾਡੀ ਜ਼ੀਰੋ ਹੋ ਗਈ। ਔਰ ਫॉर ਯਰ ਇਨਫੋਰਮੇਸ਼ਨ ਤਾਂ ਪਿਛਲੇ ਕੁਛ ਕੁ ਦਿਨਾਂ 'ਚ ਜਿੰਨੇ ਕੁ ਮੈਂ ਲੋਕਾਂ ਨੂੰ ਮਿਲੇ ਤਾਂ ਈਵਨ ਸਾਡੇ ਲੋਕ ਬਹੁਤ ਵੱਡੀ ਗਲਤੀ ਇੱਕ ਹੋਰ ਹੋ ਰਹੀ ਹੈ ਜਿਹੜੀ ਕਾਮਨ ਜੀ ਮਿਸਟੇਕ ਸਾਡੇ ਸਾਹਮਣੇ ਆ ਰਹੀ ਆ, ਉਹ ਇਹੀ ਹੈ ਕਿ ਅਸੀਂ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਲਗਾਉਂਦੇ ਹਾਂ ਅਤੇ ਬੰਦੇ ਨੂੰ ਕਹਿ ਦਿੰਦੇ ਕਿ ਜੀ ਤੁਹਾਡੇ ਤੋਂ ਜਿਵੇਂ ਹੁੰਦਾ ਉੱਦਾਂ ਹੀ ਕਰ ਦਿਓ ਰਾਈਟ। ਤਾਂ ਮੇਰੇ ਕੋਲ 3 ਤੋਂ 4 ਕੇਸ ਪਿੱਛੇ ਜਿਹੇ ਆਏ ਸੀ ਕਿ ਕਿਸੇ ਪਰਸਨ ਨੇ ਕਿਸੇ ਏਜੰਟ ਨੇ ਉਹਨਾਂ ਦੀ ਡਿਗਰੀ ਕਿਸੇ ਹੋਰ ਬੰਦੇ ਦੀ ਡਿਗਰੀ ਐਡਿਟ ਕਰਕੇ ਉਹਨਾਂ ਦੇ ਫਾਈਲਿੰਗ ਦੇ ਨਾਲ ਲਗਾਤੀ। ਤਾਂ ਹੁਣ ਰਿਜ਼ਲਟ ਇਹ ਨਹੀਂ ਬੁਰਾ ਹੋਇਆ ਕਿ ਉਹਨਾਂ ਦਾ ਵੀਜ਼ਾ ਨਹੀਂ ਆਇਆ, ਰਿਜ਼ਲਟ ਇਹ ਬੁਰਾ ਹੋ ਗਿਆ ਕਿ ਵੀਜ਼ਾ ਵੀ ਨਹੀਂ ਆਇਆ, ਪਲੱਸ ਹੁਣ ਸਾਰੀ ਉਮਰ ਉਹ ਆਪਣੀ ਡਿਗਰੀ ਨਹੀਂ ਯੂਜ਼ ਕਰ ਸਕਦਾ ਜਿਹੜੀ ਉਹਨੇ 4 ਸਾਲ ਪੈਸੇ ਦੇ ਕੇ 5 6 7 10 ਲੱਖ ਰੁਪਏ ਲਾ ਕੇ ਅਰਨ ਕੀਤੀ, ਆਪਣਾ ਟਾਈਮ ਸਪੈਂਡ ਕੀਤਾ, ਉਹ ਡਿਗਰੀ ਉਹ ਕਦੇ ਨਹੀਂ ਯੂਜ਼ ਕਰ ਸਕਦਾ। ਸੋ ਜਦੋਂ ਵੀ ਉਹ ਡਿਸੀਜਨ ਲੈਣਾ ਤਾਂ ਥੋੜ੍ਹਾ ਸੋਚ ਕੇ ਲੈਣਾ ਚਾਹੀਦਾ ਸਾਨੂੰ ਕਿ ਵੀ ਉਹਦੇ ਕੌਨਸੀਕੁਐਂਸਿਸ ਕੀ ਹੋਣਗੇ ਸਾਡੇ ਲਈ, ਉਹਦੀ ਐਂਡ ਰਿਜ਼ਲਟ ਕੀ ਹੋ ਸਕਦਾ। ਇਟਸ ਨਾਟ ਕਿ ਰਿਫਿਊਜ਼ਲ ਆ ਜੂਗੀ, ਦੈਟਸ ਅਸੈਪਟੇਬਲ ਕਿ ਆ ਸਕਦੀ ਆ, ਬਟ ਉਸ ਤੋਂ ਬਾਅਦ ਕੀ, ਕਿਉਂਕਿ ਤੇ ਸਰ ਹੋਰ ਲਾਈਕ ਤੁਸੀਂ ਲੋਕਾਂ ਦੀ PR ਫਾਈਲਸ ਵੀ ਲਗਾਈਆਂ ਹੋਣਗੇ, ਉਹਨਾਂ ਵਿੱਚ ਕੀ ਤੁਹਾਨੂੰ ਹੋਰ ਪ੍ਰੋਬਲਮਸ ਦੇਖਣ ਨੂੰ ਮਿਲੇ ਕਿ ਲੋਕੀ ਕਿੱਥੇ ਉਹਨਾਂ ਨੂੰ ਇਨਫੋਰਮੇਸ਼ਨ ਕਿੱਥੇ ਲੈਕ ਕਰ ਰਹੀ ਹੈ? ਉਹ ਚੋਇਸ ਦੇ ਵਿੱਚ ਆਪਸ਼ਨ ਦੇ ਵਿੱਚ ਕਿ ਜਿਵੇਂ ਹੁਣ ਮਿੱਥ ਬਣਾ ਲਿਆ ਕਿ ਜੀ 8777 ਹੋਣਗੇ ਤਾਂ ਹੀ ਲਾ ਸਕਦੇ, 8777 ਨਹੀਂ ਵੀ ਹੈਗੇ ਤਾਂ ਸਮਵੇਅਰ ਕਈ ਵਾਰ ਤੁਹਾਡਾ ਹਸਬੈਂਡ ਵਾਈਫ ਦੋਨਾਂ ਦਾ ਸਕੋਰ ਮਿਲਾ ਕੇ ਕੁਛ ਗੁੱਡ ਸਕੋਰ ਬਣ ਜਾਂਦਾ ਸਮਵੇਅਰ ਅਰਾਊਂਡ। ਜੇ ਤੁਹਾਡਾ CRS 420 ਪਲੱਸ ਹੈਗਾ ਜਾਂ 410 ਹੈਗਾ ਤਾਂ ਦੈਨ ਅਸੀਂ ਪੂਲ ਦੇ ਵਿੱਚ ਹਮੇਸ਼ਾ ਰੈਡੀ ਹਾਂ, ਕਿਉਂਕਿ ਉਹਨਾਂ ਨੇ ਕਿਤੇ ਦੱਸ ਕੇ ਕੋਈ ਸੈੱਟ ਕ੍ਰਾਈਟੀਰੀਆ ਨਹੀਂ ਹੈਗਾ ਕਿ ਅਸੀਂ ਡਰਾਅ ਕਿੰਨੇ ਦਾ ਦੇਣਾ। ਮੇਬੀ ਕੋਈ ਪ੍ਰੋਵਿੰਸ ਹੋਵੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਸਾਡੇ ਕੋਲ ਇਸ ਸਕਿੱਲ ਦੇ ਬਹੁਤ ਘੱਟ ਬੰਦੇ ਨੇ, ਉਹ ਕੋਈ ਲਿਸਟ ਇਸ਼ੂ ਕਰ ਦੇਣ, ਬਟ ਤੁਹਾਨੂੰ ਬੈਨੀਫਿਟ ਤਾਂ ਹੋਣਾ, ਤੁਹਾਨੂੰ ਇਨਵੀਟੇਸ਼ਨ ਤਾਂ ਆਉਣਾ ਜੇ ਤੁਹਾਡਾ ਪ੍ਰੋਫਾਈਲ ਕ੍ਰੀਏਟ ਹੋਊਗਾ। ਅਤੇ ਅਸੀਂ ਲਾਈਨ 'ਚ ਲੱਗਣਾ ਤਾਂ ਜ਼ਰੂਰੀ ਹੈ ਨਾ, ਸਾਡੇ ਲਈ ਆਪਸ਼ਨ ਤਾਂ ਹੋਵੇ ਸਾਡੇ ਕੋਲ ਕਿ ਅਸੀਂ ਜੇ ਇੱਕ PNP ਲੈਣੀ ਆ ਜਾਂ ਅਸੀਂ ਸਕਿੱਲ ਟ੍ਰੇਡ ਦੇ ਵਿੱਚ ਜਾਣਾ ਤਾਂ ਉਹਨਾਂ ਲਈ ਅਸੀਂ ਕਰ ਸਕਦੇ ਹਾਂ। ਜਿਵੇਂ ਸਕਿੱਲ ਟ੍ਰੇਡ ਵਾਲੇ ਬੰਦੇ ਹੁੰਦੇ ਨੇ ਉਹਨਾਂ ਲਈ ਇੱਕ ਹੋਰ ਆਪਸ਼ਨ ਵੀ ਹੁੰਦੀ ਹੈ ਕਿ ਜੇ ਤੁਸੀਂ ਵੈਲਡਰ, ਪਲੰਬਰ, ਫਿਟਰ ਜਾਂ ਕੋਈ ਵੀ ਇੱਦਾਂ ਦਾ ਟੈਕਨੀਕਲ ਟਰਮ ਦਾ ਕੋਰਸ ਕੀਤਾ ਜਿਹਦੇ ਲਈ ਉੱਥੇ ਜਾ ਕੇ ਤੁਹਾਨੂੰ ਸਰਟੀਫਿਕੇਸ਼ਨ ਲੈਣੀ ਪੈਂਦੀ ਆ, ਤਾਂ ਉਹ ਕਹਿੰਦੇ ਕਿ ਉਹਨਾਂ ਦਾ ਇੱਕ ਰੈੱਡ ਸੀਲ ਨਾਮ ਦਾ ਸਰਟੀਫਿਕੇਟ ਹੈ, ਉਹ ਕੈਨੇਡਾ 'ਚ ਹੀ ਉਹਦਾ ਐਗਜ਼ਾਮ ਹੁੰਦਾ। ਬਟ ਉਹ ਕਹਿੰਦੇ ਕਿ ਜੀ ਤੁਸੀਂ ਸਾਨੂੰ ਆਪਣੇ ਡਾਕੂਮੈਂਟ ਭੇਜ ਦਿਓ, ਉਹਨਾਂ ਦੀਆਂ ਡਿਫਰੈਂਟ ਏਜੰਸੀਜ਼ ਨੇ, ਜੇ ਉਹ ਤੁਹਾਨੂੰ ਅਲਾਓ ਕਰਨਗੇ ਤਾਂ ਤੁਸੀਂ ਇੱਥੇ ਆ ਕੇ ਰੈੱਡ ਸੀਲ ਐਗਜ਼ਾਮ ਦੇ ਲਓ, ਉਹਦੇ ਫਿਰ ਅੱਗੇ PR 'ਚ ਪੁਆਇੰਟ ਮਿਲਦੇ ਨੇ। ਬਟ ਉਹ ਰੈੱਡ ਸੀਲ ਦਾ ਐਗਜ਼ਾਮ ਦੇਣ ਲਈ ਤੁਹਾਨੂੰ ਉਹ ਵਿਜ਼ਟਰ ਵੀਜ਼ਾ ਅਲਾਓ ਕਰ ਦਿੰਦੇ ਆ ਸਿਰਫ ਐਗਜ਼ਾਮ ਦੇਣ ਲਈ, ਤਾਂ ਦੈਟਸ ਅਨਦਰ ਪਾਥਵੇ ਕਿ ਤੁਸੀਂ ਇੱਦਾਂ ਵੀ ਕਰ ਸਕਦੇ। ਸੋ ਆਪਸ਼ਨ ਅਨਲਿਮਿਟਡ ਨੇ PR ਬੰਦੇ ਲਈ, ਸਕਿਲਡ ਬੰਦੇ ਲਈ ਜਾਂ ਜਿਹੜਾ ਇੱਕ ਐਜੂਕੇਟਡ ਬੰਦਾ ਹੈਗਾ ਉਹਦੇ ਲਈ ਆਪਸ਼ਨਸ ਬਹੁਤ ਨੇ। ਬਟ ਹਾਂ ਐਕਸਪਲੋਰ ਕਰਨਾ, ਉਹਨਾਂ ਨੂੰ ਅਸੈਸ ਕਰਨਾ, ਸਾਡੇ ਕਿੰਨੇ ਪੁਆਇੰਟ ਕਰਦੇ ਆ, ਕਿੱਥੋਂ ਪੂਰੇ ਹੋ ਸਕਦੇ ਆ, ਕਿੱਥੋਂ ਉਹਦੀ ਇਵੈਲੂਏਸ਼ਨ 'ਚ ਹੋਰ ਕੀ ਕਮੀ ਆ, ਸੋ ਉਹ ਸਾਰਾ ਡਿਸਕਸ਼ਨ। ਕਿਸੇ ਅਗਰ ਇਫ ਕਿਸੇ ਇੰਡੀਵਿਜੂਅਲ ਦੇ ਪੁਆਇੰਟ ਕਿਤੇ ਘੱਟ ਰਹੇ ਤੇ ਉਹ ਉਹਨਾਂ ਨੂੰ ਕਿੱਦਾਂ ਕਰ ਸਕਦੇ ਆ ਆਪਣੇ ਆਪਣਾ ਸਕੋਰ ਕਿੱਦਾਂ ਉਸ ਜਿਹੜੀ ਉਹ ਲਿੱਤੀ ਹੋਈ ਹੈ ਜਿਹੜੀ ਨੋਰਮਲ ਜਿਹੜਾ ਇੱਕ ਦਿੱਤਾ ਹੋਇਆ ਸਕੋਰ ਕਿੱਦਾਂ ਉਹਦੇ ਤੱਕ ਪਹੁੰਚ ਸਕਦੇ? ਮੈਮ ਉਹਦੇ 'ਚ ਦੋ ਹੀ ਆਪਸ਼ਨ ਨੇ, ਈਦਰ ਗੋ ਫॉर ਇੰਗਲਿਸ਼ ਜਾਂ ਫਿਰ ਕਈ ਵਾਰ ਕੀ ਹੁੰਦਾ ਜੇ ਤੁਹਾਡਾ ਸਪਾਊਸ, ਅਸੀਂ ਨਾਰਮਲੀ ਸਪਾਊਸ ਕਹਿੰਦਾ ਕਿ ਜੀ ਮੈਂ ਨਹੀਂ ਆਇਲਸ ਟੈਸਟ ਦਿੰਦਾ, ਈਵਨ ਜੇ ਉਹ ਵੀ ਟੈਸਟ ਦੇ ਸਕਦਾ ਜਾਂ ਉਹਦੀ ਵੀ ਸਟੱਡੀ ਦੀ ਵੈਲੂਏਸ਼ਨ ਕਰਵਾਈ ਜਾਵੇ, ਉਹ ਆਪਸ਼ਨ ਹੈ। ਦੈਨ ਯੂ ਕੈਨ ਗੈਟ ਜੋਬ ਆਫਰ, ਜੇ ਤੁਸੀਂ ਸਕਿਲਡ ਹੋ ਤਾਂ ਤੁਸੀਂ ਉੱਥੇ ਆਪਣੀ ਜੋਬ ਆਫਰ ਕਿਸੇ ਜੋਬ ਲਈ ਅਪਲਾਈ ਕਰ ਸਕਦੇ ਹੋ ਜਾਂ ਹੋਰ ਜਿਹੜੇ ਹੈਗੇ ਫਰੈਂਚ ਸਿੱਖ ਸਕਦੇ ਹੋ, ਤਾਂ ਥੀਸ ਆਰ ਦਾ ਆਪਸ਼ਨਸ। ਅਤੇ ਸਰ ਹੁਣ ਜਿਵੇਂ ਆਪਾਂ PR ਦੀ ਹੁਣ ਸਾਰੀ ਅੱਜ ਗੱਲਬਾਤ ਕੀਤੀ ਤਾਂ ਇੱਕ ਵਾਰ ਇਨ ਬਰੀਫ ਦੱਸ ਦਿਓ ਕਿ PR ਲਈ ਬੇਸਿਕ ਰਿਕੁਆਇਰਮੈਂਟਸ ਕੀ ਨੇ? ਮੈਮ PR ਲਈ ਬੇਸਿਕ ਰਿਕੁਆਇਰਮੈਂਟ ਆ ਤੁਹਾਡੇ ਕੋਲ ਤੁਹਾਡੀ ਏਜ ਦੇ ਪੁਆਇੰਟ ਮਿਲਣੇ ਆ, ਉਹ ਜਿੰਨੀ ਹੈ ਉਨੀ ਰਹੇਗੀ। ਦੈਨ ਤੁਹਾਡੀ ਐਜੂਕੇਸ਼ਨ
ਬਟ ਐਜੂਕੇਸ਼ਨ ਦੀ ਇਵੈਲੂਏਸ਼ਨ ਹੋਣੀ ਚਾਹੀਦੀ, ਦੈਟਸ ECA ਐਜੂਕੇਸ਼ਨਲ ਕ੍ਰੈਡੈਂਸ਼ੀਅਲ ਅਸੈਸਮੈਂਟ। ਕਿਸੇ ਵੀ ਇੱਕ ਏਜੰਸੀ ਤੋਂ ਤੁਹਾਡੇ ਕੋਲੇ ਇਵੈਲੂਏਸ਼ਨ ਕਰਾਈ ਹੋਵੇ ਉਹਦੇ ਤੁਹਾਨੂੰ ਪੁਆਇੰਟਸ ਮਿਲਦੇ ਨੇ। ਜੇ ਆਪਾਂ ਕਹੀਏ ਤਾਂ ਮਾਸਟਰ ਡਿਗਰੀ ਦੇ ਸਾਨੂੰ ਮੈਕਸਿਮਮ ਪੁਆਇੰਟ ਮਿਲ ਜਾਂਦੇ। ਜੇ ਤੁਹਾਡੀ PhD ਆ ਤਾਂ ਉਹਦੇ ਡਿਫਰੈਂਟ ਪੁਆਇੰਟ ਨੇ। ਜੇ ਤੁਹਾਡੇ ਕੋਲ ਕੋਈ ਸਕਿੱਲ ਟ੍ਰੇਡ ਸਰਟੀਫਿਕੇਟ ਆ ਤਾਂ ਉਹਦੇ ਡਿਫਰੈਂਟ ਪੁਆਇੰਟ ਨੇ। ਸੋ ਇਟ ਆਲ ਡਿਪੈਂਡਸ ਪਾਨ ਕਿ ਤੁਹਾਨੂੰ ਉਹ ਇਕੁਅਲੈਂਸੀ ਕੀ ਦਿੰਦਾ, ਉਹਦੀ ਕੈਨੇਡੀਅਨ ਇਕੁਅਲੈਂਸੀ ਕੀ ਆ, ਉਹ ਕਰਾਉਣਾ ਜ਼ਰੂਰੀ ਆ। ਪਲੱਸ ਤੁਹਾਡੇ ਕੋਲ ਇੱਕ ਬੇਸਿਕ ਆਇਲ ਸਕੋਰ ਹੋਣਾ ਜ਼ਰੂਰੀ ਆ। ਇਹ ਦੋ ਚੀਜ਼ਾਂ ਤੋਂ ਬਿਨਾਂ ਤੁਹਾਡਾ ਕੋਈ ਵੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ, ਕੋਈ ਵੀ PNP ਪ੍ਰੋਫਾਈਲ ਕ੍ਰੀਏਟ ਹੀ ਨਹੀਂ ਹੋ ਸਕਦਾ। ਫੰਡਸ ਦਾ ਵੀ ਸਰ ਲਾਈਕ ਫੰਡਸ ਕਿੰਨੇ ਰਿਕੁਆਇਰ ਨਾਰਮਲੀ ਉਹਨਾਂ ਵੱਲੋਂ ਲਿਸਟ ਬਾਕੀ ਤਾਂ ਟਾਈਮ ਟੂ ਟਾਈਮ ਅਪਡੇਟ ਹੁੰਦੀ ਰਹਿੰਦੀ। ਵੈਸੇ ਬੇਸਿਕਲੀ ਹੁਣ 14,000 ਸਮਥਿੰਗ ਡਾਲਰ ਕੁਛ ਤੁਹਾਡੇ ਅਕਾਊਂਟ ਦੇ ਵਿੱਚ, ਜਿਹਨੂੰ ਸੈਟਲਮੈਂਟ ਫੰਡਸ ਕਹਿੰਦੇ ਆ। ਬਟ ਯੈਸ, ਇਫ ਯੂ ਹੈਵ ਅ ਜੋਬ ਆਫਰ, ਤੁਹਾਡੇ ਕੋਲ ਉੱਥੇ ਕੋਈ ਜੋਬ ਆਫਰ ਆ, ਦੈਨ ਤੁਹਾਨੂੰ ਕੋਈ ਫੰਡ ਨਹੀਂ ਚਾਹੀਦੇ। ਤੇ ਲਾਈਕ ਆਪਣੀ PR ਫਾਈਲ ਲਗਾਉਣ ਵਾਸਤੇ ਵੀ ਲਾਈਕ ਉਦੋਂ ਤੱਕ ਕਿਹਾ ਜਾਂਦਾ ਕਿ ਲਾਈਕ ਉਦੋਂ ਫੰਡਸ ਘੱਟ ਲੱਗਦੇ ਐਜ਼ ਕੰਪੇਅਰ ਟੂ ਸਟੱਡੀ। ਜੇ ਅਸੀਂ ਆਈਡਲ ਕੇਸ ਦੀ ਗੱਲ ਕਰ ਲਈਏ, ਮਤਲਬ ਉਹ ਕੁਛ ਵੀ ਵੱਧ ਘੱਟ ਹੋ ਸਕਦਾ। ਤਾਂ ਐਵਰੇਜ 3 ਤੋਂ 4 ਲੱਖ ਦਾ ਟੋਟਲ ਮੈਂ ਕੋਸਟ ਮੰਨ ਕੇ ਚੱਲਦਾ ਕਿ ਜੇ ਸਾਰਾ ਕੁਛ ਉਹਦਾ ਕੰਪਲੀਟ ਆ ਤਾਂ ਐਟ ਦਾ ਮੈਕਸ ਹੁਣ 3 ਤੋਂ 4 ਲੱਖ ਦੇ ਵਿੱਚ ਬੰਦਾ ਉੱਤੇ PR ਹੋ ਸਕਦਾ। ਤੇ ਸਰ ਹੁਣ ਤੁਸੀਂ ਇੱਕ ਮੈਸੇਜ ਕੀ ਦੇਣਾ ਚਾਹੋਗੇ? ਮੈਸੇਜ ਮੈਮ ਇਹੀ ਹੈ ਜੀ ਕਿ ਜੇ ਇਨ ਕੇਸ ਅਦਰ ਦੈਨ ਸਟੱਡੀ ਆਪਸ਼ਨ ਤੁਹਾਨੂੰ ਲੱਗਦਾ ਕਿ ਤੁਸੀਂ ਐਕਸਪੀਰੀਅੰਸਡ ਹੋ, ਤੁਹਾਡੇ ਕੋਲ ਇਕੁਅਲੈਂਟ ਸਟੱਡੀ ਹੈਗੀ ਆ, ਤੁਸੀਂ ਆਇਲਸ ਵੀ ਚੰਗਾ ਸਕੋਰ ਕਰ ਸਕਦੇ ਹੋ, ਜਾਂ ਆਇਲਸ ਨੂੰ ਇੱਕ ਆਪਸ਼ਨ ਲੈ ਕੇ ਚੱਲਦੇ ਹੋ, ਜਾਂ SELPIP ਨੂੰ ਇੱਕ ਆਪਸ਼ਨ ਲੈ ਕੇ ਚੱਲਦੇ ਹੋ, ਤਾਂ ਉਹ ਪਹਿਲਾਂ ਉਹ ਕੰਪਲੀਟ ਕਰੋ। ਤਾਂ ਬਾਕੀ ਇੱਕ ਬੇਸਿਕ ਅਸੈਸਮੈਂਟ ਕਰਵਾ ਲਓ ਪਹਿਲਾਂ ਕਿਸੇ ਵੀ ਰੈਗੂਲੇਟਡ ਕੰਸਲਟੈਂਟ ਤੋਂ, ਕਿਉਂਕਿ ਇਹਨੂੰ ਕੋਈ ਹੋਰ ਕੰਸਲਟੈਂਟ PR ਦੇ ਕਿਸੇ ਦੇ ਵਿੱਚ ਡੀਲ ਹੀ ਨਹੀਂ ਕਰ ਸਕਦਾ। ਅਤੇ ਜੇ ਕੋਈ ਰੈਗੂਲੇਟਡ ਕੰਸਲਟੈਂਟ ਆ ਤਾਂ ਉਹਦੇ ਕੋਲੋਂ ਇੱਕ ਆਪਣੀ ਅਸੈਸਮੈਂਟ ਕਰਵਾ ਲਓ ਕਿ ਤੁਹਾਡਾ ਸਕੋਰ ਕਿੰਨਾ ਚਾਹੀਦਾ। ਕਿਉਂਕਿ ਹਰ ਇੱਕ ਦੇ, ਜੇ ਮੰਨ ਲਓ ਤੁਹਾਡੀ ਏਜ 29 ਆ, ਕਿਸੇ ਦੀ 35 ਵੀ ਹੋਏਗੀ, ਕਿਸੇ ਦੀ 40+ ਵੀ ਹੋਊਗੀ, ਤਾਂ ਉਹਦੇ ਪੁਆਇੰਟਸ ਵੀ ਕਰਨੇ ਨੇ। ਤਾਂ ਉਹ ਪੁਆਇੰਟ ਕਿੱਦਾਂ ਪੂਰੇ ਹੋਣੇ ਨੇ, ਐਕਚੁਅਲ ਪੁਆਇੰਟ ਕਿੰਨੇ ਬਣਦੇ ਨੇ, ਕਿੱਦਾਂ ਜੋਬ ਆਫਰ ਹੈ, ਜੇ ਕੋਈ ਰਿਲੇਟਿਵ ਉੱਥੇ ਆ ਤਾਂ, ਜਾਂ ਬਲੱਡ ਰਿਲੇਸ਼ਨ 'ਚ ਕੋਈ ਉੱਥੇ ਆ ਤਾਂ ਉਹਦੇ ਪੁਆਇੰਟਸ ਕਿੱਦਾਂ ਅਸੀਂ ਲੈਣੇ ਹਨ। ਤਾਂ ਉਹ ਸਾਰੀਆਂ ਚੀਜ਼ਾਂ ਅਸੈਸਮੈਂਟ ਤੋਂ ਬਾਅਦ ਡਿਸਾਈਡ ਹੁੰਦਾ। ਪਹਿਲਾਂ ਅਸੈਸਮੈਂਟ ਹੋਏਗੀ ਤਾਂ ਅਸੀਂ ਉਹਨੂੰ ਐਲੀਜੀਬਿਲਿਟੀ ਕ੍ਰਾਈਟੇਰੀਆ ਦੱਸਾਂਗੇ। ਜੇ ਐਲੀਜੀਬਿਲਿਟੀ ਕ੍ਰਾਈਟੇਰੀਆ ਮੀਟ ਹੋਊਗਾ ਤਾਂ ਫਾਈਲ ਲੱਗੇਗੀ। ਸੋ 3 ਸਟੈਪ ਪ੍ਰੋਸੈਸ ਹੈ। ਤਾਂ ਇਹ ਸੀਗੇ ਗਗਨਦੀਪ ਸਿੰਘ ਖਟੜਾ, ਗਲੋਬਲ ਅਚੀਵਰ ਤੋਂ, ਜੋ ਕਿ ICCRC ਮੈਂਬਰ ਵੀ ਨੇ, ਤੇ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿੱਦਾਂ ਅਸੀਂ ਇੰਡੀਆ ਤੋਂ ਹੀ ਆਪਣੀ ਪਰਮਨੈਂਟ ਰੈਸੀਡੈਂਸੀ ਕੈਨੇਡਾ ਦੀ ਲੈ ਕੇ ਜਾ ਸਕਦੇ ਹਾਂ, ਤੇ ਕਿੱਦਾਂ ਅਸੀਂ ਆਪਣੀ ਅਸੈਸਮੈਂਟ ਕਰਵਾ ਸਕਦੇ ਹਾਂ। ਜੇ ਤੁਸੀਂ ਵੀ ਸਟੱਡੀ ਤੋਂ ਇਲਾਵਾ, ਜਾਂ ਤੁਸੀਂ ਮਾਸਟਰਸ ਕੀਤੀ ਹੈ, ਜਾਂ ਤੁਹਾਡੇ ਸਕੋਰ ਅੱਛੇ ਆ ਰਹੇ ਨੇ ਆਇਲਸ ਦੇ, ਜਾਂ ਤੁਹਾਡੇ ਕੋਲ ਹੋਰ ਵੀ ਕੋਈ ਲਾਈਕ ਜੋਬ ਆਫਰ ਵੀ ਹੈ, ਜਾਂ ਤੁਸੀਂ ਕੋਈ ਜੋਬ ਐਕਸਪੀਰੀਅੰਸ ਵੀ ਹੈ, ਤੇ ਤੁਸੀਂ PR ਦੀ ਆਪਣੀ ਫਾਈਲ ਲਈ ਆਪਣੀ ਅਸੈਸਮੈਂਟ ਕੋਈ ਵੀ ਰੈਗੂਲੇਟਡ ਕੰਸਲਟੈਂਟ ਤੋਂ ਕਰਵਾ ਸਕਦੇ ਹੋ, ਜਾਂ ਤੁਸੀਂ ਗਲੋਬਲ ਅਚੀਵਰ ਕੋ ਤੇ ਆ ਕੇ ਗਗਨਦੀਪ ਸਿੰਘ ਖਟੜਾ ਸਰ ਨੂੰ ਮਿਲ ਸਕਦੇ ਹੋ, ਜੋ ਕਿ ਤੁਹਾਨੂੰ ਪ੍ਰੋਪਰਲੀ ਗਾਈਡ ਕਰ ਦੇਣਗੇ ਕਿ ਕਿੱਦਾਂ ਤੁਸੀਂ ਆਪਣੀ PR ਫਾਈਲ ਲਗਾ ਸਕਦੇ ਹੋ। ਤੇ ਸਿਰਫ ਸਟੱਡੀ ਹੀ ਇੱਕ ਆਪਸ਼ਨ ਨਹੀਂ ਹੈ, ਤੁਸੀਂ PR ਲਗਾ ਕੇ ਵੀ ਉੱਥੇ ਜਾ ਸਕਦੇ ਹੋ, ਤੇ ਜਿਸ ਦੇ ਤੁਹਾਨੂੰ ਉੱਥੇ ਜਾ ਕੇ ਕਾਫੀ ਬੈਨੀਫਿਟਸ ਮਿਲ ਸਕਦੇ ਨੇ। ਤੇ ਤੁਹਾਨੂੰ ਵੀ ਹੁਣ ਦੇਰ ਨਹੀਂ ਕਰਨੀ ਚਾਹੀਦੀ। ਸਟੱਡੀ ਇਜ਼ ਨਾਟ ਦਾ ਓਨਲੀ ਆਪਸ਼ਨ। ਤੁਸੀਂ PR ਰਾਹੀਂ ਵੀ ਕੈਨੇਡਾ ਮੂਵ ਔਨ ਕਰ ਸਕਦੇ ਹੋ, ਤੇ ਉਹ ਜ਼ਿਆਦਾ ਬੈਟਰ ਆਪਸ਼ਨ ਹੈ ਤੁਹਾਡੇ ਲਈ ਕਿ ਤੁਹਾਨੂੰ ਉੱਥੇ ਜਾ ਕੇ ਲਾਈਕ ਪਹਿਲਾਂ ਸਟੱਡੀ, ਉਸ ਤੋਂ ਬਾਅਦ ਤੁਹਾਡਾ ਵਰਕ ਪਰਮਿਟ, ਦੈਨ ਯੂ ਗੈਟ ਦ ਪਰਮਾਨੈਂਟ ਰੈਸੀਡੈਂਸੀ। ਬਟ ਜੇ ਤੁਸੀਂ ਇੱਧਰੋਂ ਹੀ ਪਰਮਾਨੈਂਟਲੀ ਉੱਥੋਂ ਦੇ ਰੈਸੀਡੈਂਟ ਹੋ ਕੇ ਜਾਂਦੇ ਹੋ, ਤੇ ਉੱਥੇ ਜਾ ਕੇ ਤੁਹਾਨੂੰ ਕਾਫੀ ਬੈਨੀਫਿਟਸ ਮਿਲ ਸਕਦੇ ਨੇ। ਤਾਂ ਹੋਰ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਮੈਂ ਸ਼ੁਭਪ੍ਰੀਤ ਕੌਰ, ਕੈਮਰਾਮੈਨ ਰਣਬੀਰ ਦੇ ਨਾਲ, ਲੁਧਿਆਣਾ ਟਾਈਮਸ।